ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਟੀਵੀ NRI ਤੇ ਮੈਂ ਹਾਂ ਤੁਹਾਡੇ ਨਾਲ ਮੁਕਤਾ ਵਾਲੀਆ। ਦੇਸ਼ ਦੁਨੀਆ ਦੇ ਨਾਲ ਜੁੜੀਆਂ ਕੁਝ ਖਾਸ ਖਬਰਾਂ ਪੇਸ਼ ਕਰਦੇ ਹਾਂ। ਕੈਨੇਡਾ ਦੀ ਪਾਰਲੀਮਾਨੀ ਸਕੱਤਰ ਮੈਰੀ ਫਰਾਂਸ ਲਾਲੋਂਡ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੇ ਵਿੱਚ ਨਵੇਂ ਆਉਣ ਵਾਲੇ ਇਮੀਗ੍ਰੈਂਟਸ ਨੂੰ ਸੈਟਲਮੈਂਟ ਸੇਵਾਵਾਂ ਦੇਣ ਦੇ ਲਈ ਫੈਡਰਲ ਸਰਕਾਰ $65 ਮਿਲੀਅਨ ਦੀ ਰਾਸ਼ੀ ਖਰਚੇਗੀ। ਇਸੇ ਲੜੀ ਦੇ ਤਹਿਤ ਫੈਡਰਲ ਮਿਨਿਸਟਰ ਹਰਜੀਤ ਸੱਜਣ ਦੇ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀ ਸਕਸੈਸ ਨਾਮੀ ਸੰਸਥਾ ਨੂੰ $12 ਮਿਲੀਅਨ ਦੀ ਫੰਡਿੰਗ ਦੇਣ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਏਜੰਸੀਆਂ ਕੰਮ ਕਰਦੀਆਂ ਹਨ ਜੋ ਕਿ ਇਮੀਗ੍ਰੈਂਟਸ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਕੈਨੇਡਾ ਦੇ ਵਿੱਚ ਸੈਟਲ ਹੋਣ ਦੇ ਵਿੱਚ ਮਦਦ ਕਰਦੀਆਂ ਨੇ। ਇਹਨਾਂ ਦੇ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦੇ ਵਿੱਚ ਕੈਨੇਡੀਅਨ ਸੱਭਿਆਚਾਰ ਬਾਰੇ ਜਾਣਕਾਰੀ ਦੇਣਾ, ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣਾ ਅਤੇ ਅੰਗਰੇਜ਼ੀ ਅਤੇ ਫ੍ਰੈਂਚ ਆਦਿ ਸਿਖਾਉਣ ਦੀਆਂ ਕਲਾਸਾਂ ਦੇਣੀਆਂ ਆਦਿ ਸ਼ਾਮਲ ਹੁੰਦੀਆਂ ਨੇ। ਦੱਸਦੀ ਕਿ ਕੈਨੇਡਾ ਆਉਣ ਵਾਲੇ ਪ੍ਰਵਾਸੀ ਕੈਨੇਡਾ ਆਉਣ ਤੋਂ ਪਹਿਲਾਂ ਅਤੇ ਇੱਥੇ ਆ ਕੇ ਇਹਨਾਂ ਸੇਵਾਵਾਂ ਦਾ ਲਾਭ ਲੈ ਸਕਦੇ ਨੇ। ਕੈਨੇਡਾ ਦੇ ਵਿੱਚ 15 ਅਜਿਹੀਆਂ ਸੰਸਥਾਵਾਂ ਪ੍ਰੀ ਅਰਾਈਵਲ ਸੇਵਾਵਾਂ ਦੇ ਰਹੀਆਂ ਹਨ ਜੋ ਕਿ ਸਰਕਾਰ ਦੇ ਵੱਲੋਂ ਸਹਾਇਤਾ ਪ੍ਰਾਪਤ ਹਨ। ਇਹ ਸੰਸਥਾਵਾਂ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਨੋਵਾ ਸਕੋਸ਼ੀਆ ਅਤੇ ਓਨਟਾਰੀਓ ਦੇ ਵਿੱਚ ਸਥਿਤ ਹਨ ਅਤੇ ਕੈਨੇਡਾ ਤੋਂ ਇਲਾਵਾ ਬਾਹਰ ਵੀ ਅਜਿਹੀਆਂ ਹੀ ਸੰਸਥਾਵਾਂ ਹਨ। ਫੈਡਰਲ ਸਰਕਾਰ ਦੇ ਵੱਲੋਂ ਹਰ ਸਾਲ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਦੀ ਗਿਣਤੀ ਦੇ ਵਿੱਚ ਜ਼ਬਰਦਸਤ ਵਾਧਾ ਕਰਨ ਦੀ ਯੋਜਨਾ ਉਲੀਕੀ ਗਈ ਹੈ। ਸਰਕਾਰ ਨੇ 2025 ਤੱਕ ਹਰ ਸਾਲ 5 ਲੱਖ ਇਮੀਗ੍ਰੈਂਟਸ ਨੂੰ ਕੈਨੇਡਾ ਸੱਦਣ ਦਾ ਟੀਚਾ ਮਿੱਥਿਆ ਹੈ। ਸਾਲ 2041 ਤੱਕ ਕੈਨੇਡਾ ਦੀ ਆਬਾਦੀ ਦੇ ਵਿੱਚ ਪ੍ਰਵਾਸੀਆਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਦੀ ਪ੍ਰਤੀਸ਼ਤਤਾ 29.1% ਤੋਂ 34% ਦੇ ਦਰਮਿਆਨ ਹੋਣ ਦਾ ਅਨੁਮਾਨ ਵੀ ਲਗਾਇਆ ਜਾ ਰਿਹਾ ਹੈ। ਉੱਥੇ ਦੱਸਦੇ ਕਿ ਕੈਨੇਡਾ ਆਉਣ ਵਾਲੇ ਪ੍ਰਵਾਸੀ ਕੈਨੇਡਾ ਆਉਣ ਤੋਂ ਪਹਿਲਾਂ ਅਤੇ ਇੱਥੇ ਆ ਕੇ ਇਹਨਾਂ ਸੇਵਾਵਾਂ ਦਾ ਲਾਭ ਲੈ ਸਕਦੇ ਨੇ ਜੋ ਕਿ ਫੈਡਰਲ ਸਰਕਾਰ ਦੇ ਵੱਲੋਂ ਐਲਾਨੀਆਂ ਗਈਆਂ ਨੇ। ਕੈਨੇਡਾ ਦੀ ਪਾਰਲੀਮਾਨੀ ਸਕੱਤਰ ਮੈਰੀ ਫਰਾਂਸ ਲਾਲੋਂਡ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੇ ਵਿੱਚ ਨਵੇਂ ਆਉਣ ਵਾਲੇ ਇਮੀਗ੍ਰੈਂਟਸ ਨੂੰ ਸੈਟਲਮੈਂਟ ਸੇਵਾਵਾਂ ਦੇਣ ਦੇ ਲਈ ਫੈਡਰਲ ਸਰਕਾਰ $65 ਮਿਲੀਅਨ ਦੀ ਰਾਸ਼ੀ ਖਰਚੇਗੀ। ਇਸੇ ਲੜੀ ਦੇ ਤਹਿਤ ਫੈਡਰਲ ਮਿਨਿਸਟਰ ਹਰਜੀਤ ਸੱਜਣ ਦੇ ਵੱਲੋਂ ਵੀ ਬ੍ਰਿਟਿਸ਼ ਕੋਲੰਬੀਆ ਦੀ ਸਕਸੈਸ ਨਾਮੀ ਸੰਸਥਾ ਨੂੰ $12 ਮਿਲੀਅਨ ਦੀ ਫੰਡਿੰਗ ਦੇਣ ਦਾ ਐਲਾਨ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਹੁਣ ਇਹ ਦੱਸਣਯੋਗ ਹੈ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਏਜੰਸੀਆਂ ਕੰਮ ਕਰਦੀਆਂ ਨੇ ਜੋ ਕਿ ਇਮੀਗ੍ਰੈਂਟਸ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਕੈਨੇਡਾ ਵਿੱਚ ਸੈਟਲ ਹੋਣ ਦੇ ਵਿੱਚ ਕਾਫੀ ਮਦਦ ਕਰਦੀਆਂ ਨੇ। ਪਰ ਇਹਨਾਂ ਦੇ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦੇ ਵਿੱਚ ਕੈਨੇਡੀਅਨ ਸੱਭਿਆਚਾਰ ਬਾਰੇ ਜਾਣਕਾਰੀ ਦੇਣਾ, ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣਾ ਅਤੇ ਅੰਗਰੇਜ਼ੀ ਅਤੇ ਫ੍ਰੈਂਚ ਆਦਿ ਸਿਖਾਉਣ ਦੀਆਂ ਕਲਾਸਾਂ ਦੇਣੀਆਂ ਆਦਿ ਵੀ ਸ਼ਾਮਲ ਹੁੰਦੀਆਂ ਨੇ। ਉੱਥੇ ਦੱਸਦੇ ਕਿ ਫੈਡਰਲ ਸਰਕਾਰ ਦੇ ਵੱਲੋਂ ਹਰ ਸਾਲ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਦੀ ਗਿਣਤੀ ਦੇ ਵਿੱਚ ਜ਼ਬਰਦਸਤ ਵਾਧਾ ਕਰਨ ਦੀ ਯੋਜਨਾ ਉਲੀਕੀ ਗਈ ਹੈ, ਜਿਸ ਦੇ ਤਹਿਤ ਹੀ ਸਰਕਾਰ ਨੇ 2025 ਤੱਕ ਹਰ ਸਾਲ 5 ਲੱਖ ਇਮੀਗ੍ਰੈਂਟਸ ਨੂੰ ਕੈਨੇਡਾ ਸੱਦਣ ਦਾ ਟੀਚਾ ਮਿੱਥਿਆ ਹੋਇਆ ਹੈ ਅਤੇ ਸਾਲ 2041 ਤੱਕ ਕੈਨੇਡਾ ਦੀ ਆਬਾਦੀ ਦੇ ਵਿੱਚੋਂ ਪ੍ਰਵਾਸੀਆਂ ਅਤੇ ਪਰਮਾਨੈਂਟ ਰੈਜ਼ੀਡੈਂਟ ਦੀ ਪ੍ਰਤੀਸ਼ਤਤਾ ਨੂੰ ਵੀ 34% ਦੇ ਦਰਮਿਆਨ ਵਧਾਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਜੋ ਕਿ ਇਸ ਵੇਲੇ 29.1% ਤੇ ਚੱਲ ਰਹੀ ਹੈ। ਯਾਨੀ ਕਿ ਹੁਣ ਇਮੀਗ੍ਰੈਂਟਸ ਨੂੰ ਸੈਟਲਮੈਂਟ ਸੇਵਾਵਾਂ ਦੇਣ ਦੇ ਲਈ ਫੈਡਰਲ ਸਰਕਾਰ $65 ਮਿਲੀਅਨ ਦੀ ਰਾਸ਼ੀ ਖਰਚ ਕਰੇਗੀ। ਬਿਊਰੋ ਰਿਪੋਰਟ ਟੀਵੀ NRI। ਅੰਮ੍ਰਿਤਸਰ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਕਹਿੰਦੇ ਨੇ ਕਿ ਮਾਂ ਭਗਵਾਨ ਦਾ ਦੂਸਰਾ ਰੂਪ ਹੁੰਦੀ ਹੈ ਅਤੇ ਮਾਂ ਹੀ ਬੱਚਿਆਂ ਨੂੰ ਪੈਦਾ ਕਰਕੇ ਦੁਨੀਆ ਦੇ ਵਿੱਚ ਲਿਆਉਂਦੀ ਹੈ। ਉੱਥੇ ਹੀ ਅੱਛੇ ਸੰਸਕਾਰ ਵੀ ਮਾਂ ਦੇ ਵੱਲੋਂ ਹੀ ਬੱਚਿਆਂ ਨੂੰ ਦਿੱਤੇ ਜਾਂਦੇ ਨੇ, ਪਰ ਜੇਕਰ ਮਾਂ ਹੀ ਹੈਵਾਨ ਨਿਕਲੇ ਤਾਂ ਉਸ ਘਰ ਦਾ ਕੀ ਬਣੇਗਾ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਗਰਿੰਡਾ ਦੇ ਵਿੱਚ ਪੈਂਦੇ ਪਿੰਡ ਰਾਮਪੁਰਾ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ 15 ਮਈ ਨੂੰ ਇੱਕ 7 ਸਾਲਾਂ ਦੀ ਕੁੜੀ ਜਿਸ ਦਾ ਨਾਮ ਅਭਿਰੋਜ ਪ੍ਰੀਤ ਕੌਰ ਹੈ ਆਪਣੇ ਘਰ ਤੋਂ ਸ਼ਾਮ 4 ਵਜੇ ਦੇ ਕਰੀਬ ਟਿਊਸ਼ਨ ਪੜ੍ਹਨ ਦੇ ਲਈ ਜਾਂਦੀ ਹੈ, ਪਰ ਉਹ ਆਪਣੇ ਟੀਚਰ ਦੇ ਘਰ ਨਹੀਂ ਪਹੁੰਚਦੀ। ਜਦੋਂ ਇਸ ਗੱਲ ਦਾ ਪਤਾ ਘਰ ਵਾਲਿਆਂ ਨੂੰ ਚੱਲਦਾ ਹੈ ਤਾਂ ਉਹਨਾਂ ਦੇ ਵੱਲੋਂ ਲੜਕੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਲੜਕੀ ਦਾ ਵੀ ਕਿਤੇ ਵੀ ਪਤਾ ਨਹੀਂ ਚੱਲਦਾ, ਜਿਸ ਤੋਂ ਬਾਅਦ ਪਰਿਜਨਾਂ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਜਾਂਦੀ ਹੈ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪਿੰਡ ਦੇ ਘਰਾਂ ਦੇ ਵਿੱਚ ਲੱਗੇ CCTV ਕੈਮਰੇ ਚੈੱਕ ਕੀਤੇ ਗਏ, ਜਿਸ ਤੋਂ ਪਤਾ ਚੱਲਿਆ ਕਿ ਇੱਕ ਔਰਤ ਅਤੇ ਇੱਕ ਵਿਅਕਤੀ ਦੇ ਵੱਲੋਂ ਉਸ ਲੜਕੀ ਨੂੰ ਅਗਵਾ ਕੀਤਾ ਗਿਆ। ਪੁੱਛਤਾਛ ਦੇ ਵਿੱਚ ਪਤਾ ਚੱਲਿਆ ਕਿ ਲੜਕੀ ਅਭਿਜੋਤ ਪ੍ਰੀਤ ਕੌਰ ਦੇ ਪਿਤਾ ਦੇ 2 ਵਿਆਹ ਹੋਏ ਸੀ ਅਤੇ ਉਹਨਾਂ ਦੇ ਪਿਤਾ ਨੇ ਆਪਣੀ ਪਹਿਲੀ ਪਤਨੀ ਹਰਜੀਤ ਕੌਰ ਜੋ ਕਿ ਅਭਿਜੋਤ ਪ੍ਰੀਤ ਕੌਰ ਦੀ ਮਾਂ ਹੈ ਉਸ ਨੂੰ ਤਲਾਕ ਦੇ ਦਿੱਤਾ ਸੀ ਅਤੇ ਅਜੀਤ ਸਿੰਘ ਨੇ ਦੂਸਰਾ ਵਿਆਹ ਜੋਤੀ ਦੇ ਨਾਲ ਕਰਵਾ ਲਿਆ ਸੀ,
ਜਿਸ ਦੇ ਵਿੱਚ ਜੋਤੀ ਨੇ ਕੁੜੀ ਨੂੰ ਜਨਮ ਦਿੱਤਾ ਅਤੇ ਉਹ ਵੀ ਹਲੇ 3 ਮਹੀਨੇ ਦੀ ਹੈ। ਦੱਸਦੇ ਕਿ ਪੁਲਿਸ ਦੇ ਵੱਲੋਂ ਪਿੰਡ ਦਾ ਕੋਨਾ-ਕੋਨਾ ਛਾਣ ਲਿਆ ਗਿਆ ਸੀ, ਪਰ ਕੁੜੀ ਦਾ ਕੋਈ ਵੀ ਸੁਰਾਗ ਨਹੀਂ ਮਿਲ ਪਾ ਰਿਹਾ ਸੀ। ਪਰ ਜਦੋਂ ਪੁਲਿਸ ਦੇ ਵੱਲੋਂ ਸਾਰੇ ਸੀਸੀਟੀਵੀ ਕੈਮਰੇ ਦੀ ਦੁਬਾਰਾ ਜਾਂਚ ਕੀਤੀ ਗਈ ਤਾਂ ਉਸ ਦੇ ਵਿੱਚ ਪਤਾ ਚੱਲਿਆ ਕਿ ਇੱਕ ਔਰਤ ਜਿਸ ਦਾ ਨਾਮ ਜੋਤੀ ਹੈ, ਲੜਕੀ ਦੀ ਸੁਤੇਲੀ ਮਾਂ, ਉਹੀ ਇੱਕ ਬਾਲਟੀ ਦੇ ਵਿੱਚ ਵਿਜੋਤ ਕੌਰ ਨੂੰ ਪਾ ਕੇ ਪਿੰਡ ਦੇ ਇੱਕ ਛੱਪੜ ਦੇ ਵਿੱਚ ਸੁੱਟ ਆਉਂਦੀ ਹੈ। ਜਦੋਂ ਪੁਲਿਸ ਦੇ ਵੱਲੋਂ ਸਖਤੀ ਦੇ ਨਾਲ ਇਸ ਮਾਮਲੇ ਦੇ ਵਿੱਚ ਉਸ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਪਤਾ ਚੱਲਿਆ ਕਿ ਲੜਕੀ ਦੀ ਸੁਤੇਲੀ ਮਾਂ ਨੇ ਹੀ ਲੜਕੀ ਦਾ ਕਤਲ ਕੀਤਾ ਹੈ। ਇਸ ਮੌਕੇ ਤੇ ਸਕੂਲ ਦੇ ਅਧਿਆਪਕ ਜਗਮੋਹਨ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮ੍ਰਿਤਕ ਲੜਕੀ ਅਭਜੋਤ ਕੌਰਪ੍ਰੀਤ ਪਿਛਲੇ 4 ਸਾਲ ਤੋਂ ਪਿੰਡ ਦੇ ਹੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਕਰ ਰਹੀ ਸੀ ਅਤੇ ਪੜ੍ਹਨ ਦੇ ਵਿੱਚ ਕਾਫੀ ਚੰਗੀ ਸੀ। ਇਸ ਮੌਕੇ ਦੇ ਉੱਤੇ ਅਭਜੋਤ ਪ੍ਰੀਤ ਕੌਰ ਦੀ ਅਧਿਆਪਕ ਦਾ ਕੀ ਕਹਿਣਾ ਹੈ, ਇਹ ਵੀ ਜ਼ਰਾ ਸੁਣੋ। सर मेरा नाम जगमोहन कौर। हाँ जी सर। ये सर 4 साल तो सर इसे पिंड दी है सर। ਇਹਦਾ ਨਾਂ ਸੀ ਅਭਿਰੋਜ਼ਪ੍ਰੀਤ ਕੌਰ। ਕਾਫੀ ਐਕਟਿਵ ਬੇਟੀ ਸੀ, ਪੜ੍ਹਨ ਦੇ ਹੁਸ਼ਿਆਰ ਸੀਗੀ। ਬਸ ਇਹਦੀ ਇਹ ਕਿ ਮਦਰ ਪਹਿਲੀ ਜਿਹੜੀ ਉਹਨੂੰ ਛੱਡ ਕੇ ਜਾ ਚੁੱਕੀ ਸੀਗੀ ਤੇ ਦੂਸਰੀ ਜਿਹੜੀ ਮਦਰ ਉਹ ਸਟੈਪ ਮਦਰ ਸੀ, ਇਹਦੀ ਮਤਰੇਈ ਮਾਂ ਹੀ। ਉਹਨੂੰ ਲੈ ਕੇ ਮਤਲਬ ਕਲੇਸ਼ ਰਹਿੰਦਾ ਸੀ ਘਰ ਵਿੱਚ। ਦਾਦੀ ਜ਼ਿਆਦਾ ਕੇਅਰ ਜ਼ਿਆਦਾ ਇਹਦੀ ਦਾਦੀ ਕਰਦੀ ਸੀਗੀ ਤੇ ਦਾਦੀ 10 ਕੁ ਦਿਨ ਤੋਂ ਬਿਮਾਰ ਸੀ, ਹਸਪੀਟਲ ਐਡਮਿਟ ਹੈ। ਦਾਦੀ ਛੱਡਣ ਵੀ ਆਉਂਦੀ ਸੀ, ਲੈਣ ਵੀ ਜਾਂਦੀ ਸੀ। ਈਵਨ ਕਿ ਜੇ ਮਤਲਬ ਸਕੂਲ ਟਾਈਮ ਦੇ ਵਿੱਚ ਵੀ ਉਹ 2-4 ਵਾਰੀ ਗੇੜੇ ਮਾਰਦੀ ਸੀ। ਕਦੀ ਪਾਣੀ ਦੀ ਬੋਤਲ ਦੇਣ ਆ ਗਈ, ਕਦੀ ਟਿਫਨ ਦੇਣ ਆ ਗਈ। ਮਤਲਬ ਆਨੇ ਬਾਨੇ ਉਹ ਸਕੂਲ 'ਚ ਉਹਦਾ ਧਿਆਨ ਬੇਟੀ ਦਾ ਰੱਖਦੀ ਸੀ ਆ ਕੇ। ਜਿਸ ਦਿਨ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦਿਨ ਦਾਦੀ ਕਿੱਥੇ ਸੀ? ਦਾਦੀ ਹਸਪੀਟਲ ਸੀ, ਐਡਮਿਟ ਸੀਗੇ। ਉਹ ICU 'ਚ ਲੱਗੇ ਹੋਏ ਆ, ਉਹ ਵੈਂਟੀਲੇਟਰ ਤੇ ਨੇ ਦਾਦੀ ਜੀ। ਉਹ ਇਸੇ ਚੀਜ਼ ਐਬਸੈਂਸ ਦਾ ਫਾਇਦਾ ਉਠਾ ਗਈ ਉਹ ਲੇਡੀ। ਉਹ ਕੁੜੀ ਨਾਲ ਸ਼ੁਰੂ ਤੋਂ ਹੀ ਲਾਗ ਡਾਟ ਥੋੜਾ ਰੱਖਦੀ ਸੀ, ਮਤਲਬ ਥੋੜਾ ਜਿਹਾ ਆਪਣਾਪਨ ਨਹੀਂ ਸੀ, ਮਤਲਬ ਆਪਣਾ ਨਹੀਂ ਸੀ ਬੇਟੀ ਨੂੰ ਸਮਝਦੀ। ਕੋਈ ਨਫ਼ਰਤ ਵਾਲੀ ਭਾਵਨਾ ਸੀ ਉਹਦੇ ਮਨ ਵਿੱਚ ਬੇਟੀ ਪ੍ਰਤੀ। ਹਾਂਜੀ। NIA ਦੀ ਟੀਮ ਦੀ ਤਰਫੋਂ ਬੁੱਧਵਾਰ ਸਵੇਰੇ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਮੱਧ ਪ੍ਰਦੇਸ਼ ਦੀਆਂ ਕਈ ਥਾਵਾਂ ਤੇ ਛਾਪੇਮਾਰੀਆਂ ਕੀਤੀਆਂ ਗਈਆਂ ਤੇ ਕਈ ਲੋਕਾਂ ਨੂੰ ਇਸ ਦੌਰਾਨ ਹਿਰਾਸਤ ਦੇ ਵਿੱਚ ਲਿਆ ਗਿਆ। ਦੱਸਦੀ ਕਿ NIA ਦੀ ਟੀਮ ਨੇ ਬਠਿੰਡਾ ਚੰਦਰਸ ਬਸਤੀ ਗਲੀ ਨੰਬਰ 1 ਦੇ ਵਿੱਚ ਜੇਸਮ ਖੋਖਰ ਨਾਮ ਦੇ ਵਿਅਕਤੀ ਦੇ ਘਰ ਛਾਪਾ ਮਾਰਿਆ, ਜਿਸ ਤੋਂ ਬਾਅਦ ਬਠਿੰਡਾ ਦੇ ਸਿਵਲ ਥਾਣੇ ਦੇ ਵਿੱਚ ਕਈ ਘੰਟੇ ਤੱਕ ਪੁੱਛਗਿੱਛ ਤੋਂ ਬਾਅਦ ਜੇਮਸ ਖੋਖਰ ਨੂੰ ਚੰਡੀਗੜ੍ਹ ਲੈ ਕੇ ਜਾਇਆ ਜਾ ਰਿਹਾ ਹੈ। ਜਾਣਕਾਰੀ ਹੈ ਕਿ ਗੈਂਗਸਟਰ ਅਤੇ ਖਾਲਿਸਤਾਨੀ ਨੈਟਵਰਕ ਸੰਬੰਧੀ ਅੱਜ ਪੂਰੇ ਪੰਜਾਬ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਜੇਮ ਖੋਖਰ ਤੋਂ ਇਲਾਵਾ ਪੁਲਿਸ ਨੇ ਪਿੰਡ ਬੰਗੀ ਨਿਹਾਲ ਦੇ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਹੈ ਤੇ ਛਾਪੇਮਾਰੀ ਗੈਂਗਸਟਰ ਅਰਸ਼ ਢੱਲਾ ਦੇ ਬਠਿੰਡਾ ਕਨੈਕਸ਼ਨ ਨੂੰ ਲੈ ਕੇ ਕੀਤੀ ਗਈ ਹੈ। ਉੱਥੇ NIA ਦੀ ਟੀਮ ਸਵੇਰੇ 5 ਵਜੇ ਬਠਿੰਡਾ ਪਹੁੰਚੀ। ਚੰਦਸਰ ਬਸਤੀ ਗਲੀ ਨੰਬਰ 1 ਦੇ ਵਿੱਚ ਜੇਮਸ ਨਾਮ ਦੇ ਵਿਅਕਤੀ ਦੇ ਘਰ ਕਰੀਬ 2 ਘੰਟੇ ਤੱਕ ਛਾਪਾ ਮਾਰ ਕੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ, ਜੋ ਕਿ ਵੱਡੀ ਵਾਰਦਾਤ ਦੀ ਤਿਆਰੀ ਵਿੱਚ ਸੀ। ਤੁਸੀਂ ਵੀ ਦੇਖੋ ਬਠਿੰਡਾ ਤੋਂ ਇਹ ਪੂਰੀ ਰਿਪੋਰਟ। ਕੀ ਨਾਮ ਹੈ ਜੀ? ਮੇਰਾ ਨਾਮ ਲਵਲੀ ਹੈ ਜੀ। ਕੀ ਮਾਮਲਾ ਤੇ ਤੁਹਾਡੇ ਕੀ ਲੱਗਦੇ ਨੇ? ਇਹ ਮੇਰੇ ਮਾਮਾ ਜੀ ਹੈ ਜੀ। ਮਾਮਲੇ ਦਾ ਤਾਂ ਪਤਾ ਨਹੀਂ, ਪਰ ਇਹਨਾਂ ਨੇ ਸਵੇਰੇ 5 ਵਜੇ ਰੇਡ ਕੀਤੀ, NIA ਵਾਲੇ ਆਏ। ਉਸ ਤੋਂ ਬਾਅਦ ਇੱਥੇ ਆ ਗਏ, ਉਹਨਾਂ ਦਾ ਕਾਲ ਆਈ ਮੇਰੇ ਕੋਲੇ, ਮੇਰੇ ਡੈਡੀ ਹੋਰਾਂ ਨੂੰ। ਤੇ ਡੈਡੀ ਜੀ ਤੁਹਾਨੂੰ ਆ ਰਹਿੰਦੇ ਤਾਂ ਕਰਕੇ ਫਿਰ ਮੈਨੂੰ ਆਉਣਾ ਪੈਂਦਾ ਨਾਲ ਕਰਕੇ। ਤੇ ਹੁਣ ਇਹ ਕਾਰਵਾਈ ਚੱਲੀ ਜਾਂਦੀ ਹੈ। ਉਦੋਂ ਬਾਅਦ 'ਚ ਪਤਾ ਨਹੀਂ ਕੀ ਕਿਉਂ ਕੀਤੀ ਰੇਡ, ਕਿਸ ਵਾਸਤੇ ਕੀਤੀ ਹੈ। ਕੰਮ ਕੀ ਕਰਦੇ ਇਹਨਾਂ ਦਾ ਇਨਵਰਟਰ ਬੈਟਰੀਆਂ ਦਾ ਕੰਮ ਆ ਤੇ ਐਜ ਸੇਲਸਮੈਨ ਕੰਮ ਕਰਦੇ ਆ ਸਾਰਾ। ਕੋਈ ਮੁਕੱਦਮਾ ਦਰਜ ਹੈ ਇਹਨਾਂ ਤੇ? ਨਹੀਂ, ਮੁਕੱਦਮਾ ਨਹੀਂ ਦਰਜ ਹੈਗਾ। ਕਿੰਨੇ ਵਜੇ ਆਏ ਸੀਗੇ NIA ਵਾਲੇ? NIA ਸਵੇਰੇ ਤਕਰੀਬਨ 5 ਵਜੇ ਕਹਿ ਰਿਹਾ, ਗਲੀ ਵਾਲੇ। ਸਾਨੂੰ ਤਾਂ ਤਕਰੀਬਨ 7, 7:30, 8 ਵਜੇ ਪਤਾ ਲੱਗਿਆ। ਘਰੇ ਤਲਾਸ਼ੀ ਤੁਸੀਂ ਲਿੱਤੀ? ਹਾਂਜੀ, ਘਰੇ ਤਲਾਸ਼ੀ ਲਿੱਤੀ, ਸਰਚ ਵਾਰੰਟ ਲੈ ਕੇ ਆਏ ਸੀ ਨਾਲ। ਹਾਂ, ਤੇ ਹੁਣ ਥਾਣੇ ਆਏ ਹਾਂ। ਹਾਂਜੀ। ਤੇ ਇਹ ਵੀ ਪਤਾ ਲੱਗਿਆ ਕਿ ਪਹਿਲਾਂ ਵੀ ਇਹਨਾਂ ਦੇ ਉੱਤੇ ਕੋਈ ਜਿੱਦਾਂ ਜੇਲ੍ਹ ਕੱਟ ਕੇ ਆਏ ਸੀ ਕਾਫੀ ਟਾਈਮ ਹਾਂਜੀ, ਉਹ ਚੈੱਕ ਬਾਉਂਸ ਹੋ ਗਿਆ ਸੀ, ਚੈੱਕ ਲੱਗਿਆ ਹੋਇਆ ਸੀਗਾ ਜੀ। ਹਾਂਜੀ, ਉਹ ਚੀਜ਼ ਸੀ। ਅੱਛਾ, ਕੋਈ ਕ੍ਰਿਮੀਨਲ ਐਕਟੀਵਿਟੀਜ਼ ਤਾਂ ਨਹੀਂ ਹੈ? ਕੋਈ ਨਹੀਂ ਜੀ। ਐਸੇ ਦੇ ਬੰਦੇ ਨੇ ਜੀ ਐਸੇ। ਕਿਹੜੇ ਪਿੰਡੋਂ ਆਏ? ਹਾਂਜੀ, ਕਿਹੜੇ ਲੋਕਲ ਹੈ ਜੀ ਪਿੰਡੋਂ? ਬਠਿੰਡੇ ਤੋਂ ਹੀ। ਕੰਸਲ ਬਸਤੀ। ਐਡਰੈਸ ਕੀ ਹੈ ਇਹਨਾਂ ਦਾ? 1 ਨੰਬਰ ਗਲੀ ਹੈ ਚੌਂਕੀ। ਠੀਕ ਹੈ। ਹਲੋ ਕੀ ਨਾਮ ਹੈ? ਸੰਦੀਪ ਸਿੰਘ ਹੈ ਜੀ। ਨਹੀਂ, ਕੀ ਗੱਲ ਹੋਈ ਸਾਰੀ ਅੱਜ NIA ਦੀ ਰੇਡ ਪਈ? ਇਹ ਸਵੇਰ ਆਪਣੇ 5 ਵਜੇ ਮੇਰੇ ਸੁੱਤਾ ਪਿਆ ਸੀਗਾ ਜੀ, ਤੇ ਮੇਰੇ ਬੱਚੇ ਮੇਰੇ ਨਾਲ, ਕੁੜੀ ਪੈਂਦੀ ਹੈ ਨਾਲ ਮੇਰੇ, ਤੇ ਉੱਥੇ ਮੇਰਾ ਮੰਜਾ ਸੀਗਾ ਤੇ ਤੜਕੇ ਸਦੀਆਂ 10 ਪੁਲਿਸ ਵਾਲੇ ਸੀਗੇ ਤੇ 4 ਮੈਨੂੰ ਲੱਗਦਾ ਵੀ NIA ਦਾ ਮੁਲਾਜ਼ਮ ਸੀਗੇ ਜੀ। ਆਏ ਸੀਗੇ ਤੇ ਮੈਨੂੰ ਪੁੱਛਿਆ, ਉਹਨਾਂ ਨੇ ਠਾਇਆ, ਆਪ ਹੀ ਠਾਇਆ ਮੈਨੂੰ ਤੇ ਕਹਿੰਦੇ ਵੀ ਉੱਠੋ, ਪੁੱਛਗਿੱਛ ਕਰਨੀ ਆ ਕੋਈ। ਤੇ ਮੈਂ ਉਹਨਾਂ ਨੂੰ ਉੱਠ ਕੇ ਤੇ ਮੈਂ ਉਹਨਾਂ ਨੂੰ ਚਾਹ ਪਾਣੀ ਪੁੱਛਿਆ ਜੀ, ਕਹਿੰਦੇ ਚਾਹ ਤਾਂ ਪੀਂਦੇ ਨਹੀਂ। ਤੇ ਵਧੀਆ ਉਹਨਾਂ ਨੇ ਮੈਨੂੰ ਅੰਦਰ ਲੈ ਕੇ ਗਏ। ਪਹਿਲਾਂ ਤਾਂ ਇੱਥੇ ਬੈਠੇ ਰਹੇ ਜੀ ਮੇਰੇ ਕੋਲ, ਫਿਰ ਮੈਨੂੰ ਅੰਦਰ ਲੈ ਗਏ। ਉਹਨਾਂ ਨੇ ਮੇਰੀ ਪੁੱਛਗਿੱਛ ਕੀਤੀ, ਵਧੀਆ ਉਹਨਾਂ ਨੇ ਮੈਨੂੰ ਕੋਆਪਰੇਟ ਕੀਤਾ ਵੀ ਵਧੀਆ, ਸਾਰੇ ਮੁਲਾਜ਼ਮ ਠੀਕ ਸੀਗੇ। ਤੇ ਬਾਕੀ ਉਹਨਾਂ ਨੇ ਮੇਰੇ ਸਾਰੇ ਘਰ ਦੀ ਤਲਾਸ਼ੀ ਲਈ ਹੈ ਜੀ। ਆਹ ਮੇਰੇ ਬੈੱਡ ਬੁੱਡ ਉਵੇਂ ਪਏ ਆ ਜੀ, ਮੈਂ ਅਜੇ ਸੈੱਟ ਨਹੀਂ ਕੀਤੇ। ਤੇ ਮੇਰੀ ਦੁਕਾਨ ਦੀ ਤਲਾਸ਼ੀ ਲਈ ਹੈ ਜੀ।
ਕਿਸ ਤਰ੍ਹਾਂ ਦੀ ਪੁੱਛਗਿੱਛ ਕੀਤੀ, ਕਿੰਨਾ ਚਿਰ ਪੁੱਛਗਿੱਛ ਕੀਤੀ, ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ ਉਹਨਾਂ ਨੇ? ਉਹਨਾਂ ਨੇ ਘੱਟੋ ਘੱਟ 2 ਘੰਟੇ ਪੁੱਛਗਿੱਛ ਕੀਤੀ ਹੈ ਜੀ ਮੇਰੇ ਤੋਂ। 2-3 ਘੰਟੇ ਮੇਰੇ ਤੋਂ ਪੁੱਛਗਿੱਛ ਕੀਤੀ ਹੈ, ਟਾਈਮ ਤਾਂ ਨਹੀਂ ਮੈਂ ਨੋਟ ਕੀਤਾ ਜੀ। ਤੇ ਮੈਨੂੰ ਬਸ ਉਹ ਪੁੱਛਿਆ ਵੀ ਤੁਹਾਡੇ ਲਿੰਕ ਹੁਣ ਹੈਗੇ ਆ ਜਾਂ ਨਹੀਂ ਹੈਗੇ। ਮੇਰੇ ਫੋਨਾਂ ਦੇ ਵਿੱਚੋਂ ਮੇਰੇ ਸਕਰੀਨਸ਼ਾਟ ਲੈ ਕੇ ਜਿਹੜੇ ਪਹਿਲਾਂ ਨੇ ਨੰਬਰ ਸੀਗੇ, ਚਲੋ ਇੱਕ ਮੇਰੇ 'ਤੇ ਮਾਮਲਾ ਦਰਜ ਸੀਗਾ 2018 ਦੇ ਵਿੱਚ ਜੀ। 2018 'ਚ ਮੇਰੇ 'ਤੇ ਮਾਮਲਾ ਦਰਜ ਹੋ ਗਿਆ, ਚਲੋ ਉਹ ਤਾਂ ਹੋ ਗਿਆ ਗਲਤੀ ਨਾਲ, ਚਲੋ ਜਿਵੇਂ ਵੀ ਹੈ ਹੈ ਨਾ। ਹਾਂ, ਅਤੇ ਹੁਣ ਮੈਂ ਇਹ ਸੋਚ ਰਿਹਾ ਸੀ ਕਿ ਵੀ ਇੱਥੋਂ ਜਦੋਂ ਵੀ ਮੈਨੂੰ ਵੀ ਪੁੱਛਗਿੱਛ ਹੁੰਦੀ ਹੈ, ਪੰਜਾਬ ਪੁਲਿਸ ਆਉਂਦੀ ਹੈ, ਤਾਂ ਮੈਂ ਆਪ ਹੀ ਵਗ ਜਾਂਦਾ ਹੁੰਦਾ ਵੀ ਮੈਂ ਇੱਥੋਂ ਤੱਕ ਵੀ ਮੈਂ ਸਹੀ ਹੈਗਾ, ਕਲੀਅਰ ਹੋ ਗਿਆ ਜਮਾਂ। ਨਾ ਮੇਰਾ ਕਿਸੇ ਨਾਲ ਹੁਣ ਲਿੰਕ ਰਿਹਾ, ਨਾ ਮੈਂ ਕਿਸੇ ਨਾਲ ਕਰਾਂ ਗੱਲਬਾਤ। ਹੁਣ ਕੀ ਕੰਮ ਕਰਦੇ ਸੀ, ਕਿੰਨਾ ਚਿਰ ਹੋ ਗਿਆ? ਹੁਣ ਮੈਨੂੰ 6-7 ਸਾਲ ਤਾਂ ਹੋ ਗਏ ਜੀ ਮੱਛੀ ਪਾਲਣ ਦਾ ਕੰਮ ਕਰਦੇ ਨੂੰ। ਅਤੇ ਆਹ ਹੁਣ ਔਖੇ ਸੌਖੇ ਵੀ ਉਹ ਵੀ ਕਿਸੇ ਸੱਜਣ ਨੇ ਮੇਰੀ ਮਦਦ ਕੀਤੀ ਸੀ, ਮੈਂ ਫੋਟੋ ਸਟੇਟ ਦਾ ਕੰਮ ਕਰ ਲਿਆ। ਹੁਣ ਦੁਬਾਰੇ ਬੁਲਾਇਆ ਤੁਹਾਨੂੰ ਉਹਨਾਂ? ਹੁਣ ਮੈਨੂੰ ਉਹਨਾਂ ਨੇ ਦੁਬਾਰੇ ਬੁਲਾਇਆ 22 ਤਰੀਕ ਨੂੰ। ਕਿੱਥੇ? NI ਦਫ਼ਤਰ ਬੁਲਾਇਆ ਜੀ। ਚੰਡੀਗੜ੍ਹ। ਹਾਂਜੀ, ਚੰਡੀਗੜ੍ਹ। ਸਰ, ਅੱਜ NIA ਦੀ ਟੀਮ ਦੇ ਵੱਲੋਂ ਵਿਜ਼ਿਟ ਕੀਤਾ ਗਿਆ ਸੀ, ਪੂਰਾ ਮਾਮਲਾ ਕੀ ਹੈ ਤੇ ਕਿੰਨੇ ਵਜੇ ਤਕਰੀਬ ਹੈ? ਅੱਜ ਸਵੇਰੇ ਕਰੀਬ 5:30 ਵਜੇ ਅਸੀਂ ਜਿਹੜਾ ਇੱਕ ਜੇਮਸ ਕੋਕਰ ਨਾਮ ਦਾ ਬੰਦਾ ਹੈਗਾ, ਕੌਂਸਲ ਵਸੀ ਰਹਿੰਦਾ, ਇਹਦੇ ਘਰ ਰੇਡ ਕੀਤੀ ਸੀਗੀ। ਇਹਦਾ ਭਤੀਜਾ ਕੋਈ ਡੈਨਿਸ ਕੋਕਰ ਨਾਮ ਜਿਹਦਾ ਗੈਂਗਸਟਰਾਂ ਨਾਲ ਸੰਬੰਧ, ਉਹਦੇ ਸੰਬੰਧ ਵਿੱਚ NIA ਟੀਮ ਆਈ ਸੀ, ਜੋ ਪੁੱਛਗਿੱਛ ਲਈ ਉਹਨੂੰ ਆਪਦੇ ਨਾਲ ਲੈ ਕੇ ਜਾ ਰਹੀ। ਕੀ ਕੰਮ ਕੀ ਕਰਦੇ ਜੀ? ਇਹਦੀ ਇਲੈਕਟ੍ਰੋਨਿਕਸ ਦੀ ਦੁਕਾਨ ਹੈਗੀ ਹੈ। ਬਰਾਮਦਗੀ ਕੀ ਕੁਝ ਹੋਈ ਹੈ? ਹਾਂਜੀ, ਬਰਾਮਦਗੀ ਕੀ ਨਹੀਂ ਫਿਲਹਾਲ ਕੁਝ ਚੱਲ ਰਹੀ ਸੀ? ਨਹੀਂ, ਪੁੱਛਗਿੱਛ ਚੱਲ ਰਹੀ, ਬਰਾਮਦਗੀ ਕੁਛ ਨਹੀਂ ਹੋਈ। ਉਹ ਤੋਂ ਪੁੱਛਗਿੱਛ ਚੱਲ ਰਹੀ ਹੈ। ਉਹ ਤੋਂ ਵੀ ਉਹਦੇ ਡੈਨਿਸ ਨਾਲ ਕੀ ਸੰਬੰਧ ਸੀ, ਡੈਨਿਸ ਉਹਦਾ ਭਤੀਜਾ ਲੱਗਦਾ ਹੈ, ਉਹਦੇ ਰਿਗਾਰਡਿੰਗ ਹੀ ਪੁੱਛਗਿੱਛ ਚੱਲਦੀ ਹੈ। ਰੇਡ ਕਿੰਨੇ ਵਜੇ ਕੀਤੀ ਹੈ? ਸਵੇਰੇ 5 ਵਜੇ ਰੇਡ ਕੀਤੀ ਸੀ। ਕਿਹੜੇ ਟੀਮਾਂ ਨਾਲ ਸੀਗੇ? NIA ਦੀ ਟੀਮ ਨਾਲ ਸੀ, ਸਾਨੂੰ ਬਤੌਰ ਸਿਕਿਉਰਿਟੀ ਦੇ ਤੌਰ ਤੇ ਸਾਨੂੰ ਨਾਲ ਲਾਏ, ਇਮਦਾਦ ਦੇ ਤੌਰ ਤੇ। ਬੁਰੀ ਤਰ੍ਹਾਂ ਪਲੀਤ ਹੋ ਚੁੱਕੇ ਵਾਤਾਵਰਣ ਦੀ ਸੰਭਾਲ ਕਰਨ ਲਈ ਅਗਾਂਹਵਧੂ ਸੋਚਦੇ ਵਿਅਕਤੀ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਇਸੇ ਮਿਸ਼ਨ ਤਹਿਤ ਵਾਤਾਵਰਣ ਨੂੰ ਪ੍ਰਣਾਈ ਸੰਸਥਾ ਸਮਰਾਲਾ ਹਾਕੀ ਕਲੱਬ ਪਿਛਲੇ ਲੰਮੇ ਸਮੇਂ ਤੋਂ ਆਪਣਾ ਫਰਜ਼ ਨਿਭਾ ਰਹੀ ਹੈ। ਅੱਜ ਨਨਕਾਣਾ ਸਾਹਿਬ ਸਕੂਲ ਨਾਲ ਲੱਗਦੀ ਨਗਰ ਕੌਂਸਲ ਦੀ ਪਾਰਕ ਵਿੱਚ ਸੰਸਥਾ ਦੇ ਸਰਪ੍ਰਸਤ ਪ੍ਰਿੰਸੀ ਡਾਕਟਰ ਪਰਮਿੰਦਰ ਸਿੰਘ ਬੈਨੀਪਾਲ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਪਾਰਕ ਨੂੰ ਹਰਿਆ ਭਰਿਆ ਬਣਾਉਣ ਲਈ ਨਗਰ ਕੌਂਸਲ ਸਮਰਾਲਾ ਦੇ ਸਹਿਯੋਗ ਨਾਲ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਕਿਹਾ ਕਿ ਮਨੁੱਖ ਜਾਤੀ ਵੱਲੋਂ ਵਿਕਾਸ ਦੇ ਨਾਂ ਹੇਠ ਵਾਤਾਵਰਣ ਦਾ ਬੁਰੀ ਤਰ੍ਹਾਂ ਘਾਣ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਉਪਦੇਸ਼ ਨੂੰ ਸਾਰਥਕ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਣ ਮੁਕਤ ਕਰਨਾ ਹੋਵੇਗਾ, ਜੋ ਸਿਰਫ ਰੁੱਖਾਂ ਨਾਲ ਹੀ ਸੰਭਵ ਹੈ। ਮੈਂ ਡਾਕਟਰ ਪਰਮਿੰਦਰ ਸਿੰਘ ਬੈਨੀਪਾਲ, ਰਿਟਾਇਰਡ ਕਾਲਜ ਪ੍ਰਿੰਸੀਪਲ, ਆਪ ਜੀ ਨੂੰ ਮੁਖਾਤਬ ਹਾਂ। ਅਤੇ ਅੱਜ ਨਗਰ ਕੌਂਸਲ ਦਾ ਜਿਹੜਾ ਇਹ ਵੱਡਾ ਗਰਾਊਂਡ ਹੈ ਨਨਕਾਣਾ ਸਾਹਿਬ ਸਕੂਲ ਦੇ ਨਾਲ ਲੱਗਦਾ, ਸਮਰਾਲਾ ਹਾਕੀ ਕਲੱਬ ਨੇ ਇਹ ਇੱਕ ਬਹੁਤ ਸ਼ਾਨਦਾਰ ਉਪਰਾਲਾ ਕੀਤਾ ਹੈ। ਕਿਉਂਕਿ ਪਹਿਲਾਂ ਇੱਥੇ ਵੱਡੇ ਦਰਖਤ ਹੁੰਦੇ ਸੀ ਜਿਹੜੇ ਕਿ ਪੱਟੇ ਗਏ, ਅਤੇ ਹੁਣ ਬਿਲਕੁਲ ਇਹ ਘੋਨ ਮੋਨ ਹੈ, ਸਾਰਾ ਐਡਾ ਵੱਡਾ ਕੋਈ 2 ਏਕੜ ਦਾ ਗਰਾਊਂਡ ਹੈ। ਅਤੇ ਸਮਰਾਲਾ ਹਾਕੀ ਕਲੱਬ ਨੇ ਪਹਿਲ ਕਰਦਿਆਂ ਨਗਰ ਕੌਂਸਲ ਸਮਰਾਲਾ ਦੇ ਸਹਿਯੋਗ ਦੇ ਨਾਲ ਇਸ ਨੂੰ ਬਿਲਕੁਲ ਹਰਾ ਭਰਾ ਬਣਾਉਣ ਦਾ ਇੱਕ ਸੁਹਿਰਦ ਉਪਰਾਲਾ ਕੀਤਾ। ਅਤੇ ਅੱਜ ਇਸੇ ਲੜੀ ਦੇ ਵਿੱਚ ਅਸੀਂ 2 ਪਾਸੇ ਵੱਲ ਪਲਾਂਟੇਸ਼ਨ ਕਰ ਰਹੇ ਹਾਂ, ਅਤੇ ਦੂਸਰੇ 2 ਪਾਸੇ ਜਿਉਂ ਹੀ ਸਾਡੇ ਕੋਲ ਪਹੁੰਚੇ ਬੂਟੇ ਤਾਂ ਉਹ ਵੀ ਨਾਲ ਦੀ ਨਾਲ ਕਵਰ ਕਰਕੇ ਅਸੀਂ ਚਾਹੁੰਦੇ ਹਾਂ ਕਿ ਇੱਕ ਬਹੁਤ ਹੀ ਦਿਲਕਸ਼ ਅਤੇ ਬਿਲਕੁਲ ਹਰਾ ਭਰਾ, ਜਿੱਥੇ ਛਾਂਦਾਰ ਦਰਖਤ ਵੀ ਹੋਣ ਅਤੇ ਛਾਂਦਾਰ ਦੇ ਨਾਲ ਫੁੱਲਦਾਰ ਵੀ ਹੋਣ, ਅਤੇ ਇਹ ਇੱਕ ਬਹੁਤ ਖੂਬਸੂਰਤ ਸਥਾਨ ਬਣੂਗਾ। ਅਤੇ ਇੱਥੇ ਸਵੇਰ ਸ਼ਾਮ ਜਿਹੜੇ ਸਾਡੇ ਬੱਚੇ, ਨੌਜਵਾਨ, ਬਜ਼ੁਰਗ ਜਿਹੜੇ ਕਿ ਸੈਰ ਸਪਾਟਾ ਕਰਨ ਆਉਂਦੇ ਨੇ, ਉਹਨਾਂ ਨੂੰ ਇੱਕ ਅਜੀਬ ਕਿਸਮ ਦੀ ਜਿਹੜੀ ਰਾਹਤ ਹੈ ਉਹ ਇੱਥੇ ਪ੍ਰਦਾਨ ਕਰੂਗਾ। ਸੋ ਸਮਰਾਲਾ ਹਾਕੀ ਕਲੱਬ ਦਾ ਗੁਰਪ੍ਰੀਤ ਸਿੰਘ ਬੇਦੀ ਜਿਹੜੇ ਕਿ ਮੁਖੀ ਨੇ, ਤਾਂ ਉਹਨਾਂ ਦੀ ਅਗਵਾਈ ਦੇ ਹੇਠ ਇਹ ਜਿਹੜਾ ਅਭਿਆਨ ਚੱਲ ਰਿਹਾ ਹੈ, ਅਤੇ ਮੈਂ ਸਮਝਦਾ ਇਹ ਇੱਕ ਬਹੁਤ ਸ਼ਾਨਦਾਰ ਉਪਰਾਲਾ ਹੈ। ਅਤੇ ਸਮਰਾਲੇ ਦੇ ਲਈ ਨਗਰ ਕੌਂਸਲ ਦੇ ਸਹਿਯੋਗ ਦੇ ਨਾਲ ਇਹ ਇੱਕ ਵਰਦਾਨ ਸਾਬਤ ਹੋਊਗਾ ਸਾਡੇ ਸਮੁੱਚੇ ਸ਼ਹਿਰੀਆਂ ਦੇ ਲਈ। ਧੰਨਵਾਦ। ਨਹੀਂ ਸਭ ਕੀ ਕਹਿਣਾ ਚਾਹੋਗੇ ਅੱਜ ਬੂਟਿਆਂ ਦੀ ਸ਼ੁਰੂਆਤ ਨਨਕਾਣਾ ਸਾਹਿਬ? ਅੱਜ ਸਾਨੂੰ ਜੋ ਵਾਤਾਵਰਨ ਬਣ ਰਿਹਾ ਆਪਣਾ ਪੰਜਾਬ ਦਾ, ਆਪਾਂ ਦੇਖ ਰਹੇ ਹਾਂ ਹਾਲਾਤ, ਦੇਖ ਰਹੇ ਹਾਂ ਗਰਮੀ ਕਿੰਨੀ ਪੈ ਰਹੀ ਆ। ਸੋ ਅਸੀਂ ਸ਼ੁਰੂ ਤੋਂ ਹੀ ਲੱਗਿਆ ਹੋਇਆ ਹਾਕੀ ਕਲੱਬ ਸਮਰਾਲਾ, ਕਿਉਂਕਿ ਜਿਹੜਾ ਇਨਸਾਨ ਨੇ ਗਲਤੀਆਂ ਕੀਤੀਆਂ ਉਹ ਅਸੀਂ ਉਹਦੇ ਸਿੱਟੇ ਅੱਜ ਭੁਗਤ ਰਹੇ ਹਾਂ। ਆਪਾਂ ਦੇਖ ਰਹੇ ਹਾਂ ਗਰਮੀ ਦੇ ਹਾਲ ਕੀ ਹੋ ਰਹੇ ਨੇ। ਸੋ ਅੱਜ ਅਸੀਂ ਇਹ ਜਿਹੜੀ ਖਾਲੀ ਪਈ ਗਰਾਊਂਡ ਸੀ ਨਨਕਾਣਾ ਸਾਹਿਬ ਸਕੂਲ ਦੀ,
ਇਹਨੂੰ ਤਕਰੀਬਨ ਹੁਣ ਅਪਣਾਇਆ ਹੀ ਆ ਅਸੀਂ ਇਹਨੂੰ ਕਰਾਂਗੇ ਹਰਾ ਭਰਾ ਪੂਰਾ ਜੀ। ਜਿਵੇਂ ਤੁਸੀਂ ਆਲੇ ਦੁਆਲੇ ਦੇਖੇ ਆ, ਸਮਰਾਲੇ ਦੇ ਵਿੱਚ ਰੇਲਵੇ ਸਟੇਸ਼ਨ ਦੇਖਿਆ, ਪਿੰਡ ਭੰਗਲਾ ਦੇਖਿਆ, ਤੇ ਕਿੱਦਾਂ ਉਹ ਅਸੀਂ ਅਪਣਾ ਕੇ ਹਰੇ ਭਰੇ ਕੀਤੇ ਨੇ। ਸੋ ਇਹ ਅਸੀਂ ਇਸ ਵਾਰ ਨਗਰ ਕੌਂਸਲ ਦੇ ਸਹਿਯੋਗ ਨਾਲ, ਖਾਸ ਕਰ ਮੈਂ ਕਹੂੰਗਾ ਮੈਡਮ ਨਵਦੀਪ ਜਿਨ੍ਹਾਂ ਨੇ ਸਾਨੂੰ ਜ਼ੋਰ ਪਾਇਆ ਇਹ ਕੰਮ ਲਈ, ਤੇ ਇਹਨੂੰ ਤਕਰੀਬਨ ਚਾਰੇ ਪਾਸੇ ਦੇ ਗਰਾਊਂਡ ਦੇ ਆਲੇ ਦੁਆਲੇ ਹਰੇ ਭਰੇ ਫਲਦਾਰ ਵੀ ਬੂਟੇ ਲਾਵਾਂਗੇ ਇਹਦੇ ਵਿੱਚ, ਤਾਂ ਕਿ ਆਉਣ ਵਾਲੇ ਜਿਹੜੇ ਬੱਚੇ ਨੇ ਇੱਥੇ ਖੇਲਣ ਵੀ, ਨਾਲ ਉਹ ਫਲ ਵੀ ਜ਼ਰੂਰ ਖਾਣ। ਤੇ ਲੋਕਾਂ ਨੂੰ ਮੇਰੀ ਇਹੀ ਅਪੀਲ ਆ ਵੀ ਵੱਧ ਤੋਂ ਵੱਧ ਦਰਖਤ ਲਾਏ ਜਾਣ, ਲੇਕਿਨ ਫੋਟੋਆਂ ਨਾ ਖਿਚਾਈ ਜਾਣ, ਦਰਖਤ ਪਾਲੇ ਜਾਣ, ਕਿਉਂਕਿ ਜ਼ਿਆਦਾਤਰ ਰੁਝਾਨ ਕੀ ਆ, ਫੋਟੋਆਂ ਤੱਕ ਹੀ ਰਹਿ ਜਾਂਦਾ ਸੀਮਿਤ, ਮੁੜ ਕੇ ਬੂਟਾ ਵੀ ਲੱਭਦਾ। ਸੋ ਉਨੇ ਕਿ ਚਾਹੇ ਆਪਾਂ ਘੱਟ ਬੂਟੇ ਲਾ ਲਈਏ, ਲੇਕਿਨ ਬੂਟੇ ਨੂੰ ਪਾਲਿਆ ਜ਼ਰੂਰ ਜਾਵੇ। ਕਿਹੜੇ ਨਗਰ ਇਹਦੇ ਵਿੱਚ ਤਕਰੀਬਨ ਅਸੀਂ ਤੁਣ ਵੀ ਲਾ ਰਹੇ ਹਾਂ ਜੀ, ਚਗਰੇਸੀਆ, ਜਗਰੰਡਾ, ਅਮਲਤਾਸ, ਗੁਲਮੋਹਰ, ਉਹ ਸਾਡੇ ਵਿਰਾਸਤੀ ਦਰਖਤ ਵੀ ਨੇ ਸਾਡੇ ਨਾਲ। ਇਹ ਜਿਹੜਾ ਇਹ ਮੌਸਮ ਹੈ ਠੀਕ ਹੈ ਬੂਟਿਆਂ ਵਾਸਤੇ? ਬਿਲਕੁਲ ਜੀ, ਇਹ ਬਿਲਕੁਲ ਸਹੀ ਮੌਸਮ ਹੈਗਾ ਲਾਉਣ ਦਾ। ਇਹ ਆ ਵੀ ਇਹਨੂੰ ਸਾਂਭਣ ਦੀ ਵੀ ਨਾਲ ਲੋੜ ਹੈ ਜੀ। ਤੇ ਇਹਨਾਂ ਨੂੰ ਪਾਣੀ ਕਿੰਨੇ ਟਾਈਮ ਦੇਣਾ ਚਾਹੀਦਾ ਇਹਨਾਂ ਨੂੰ? ਪਾਣੀ ਇਹਨੂੰ ਸਵੇਰੇ ਸ਼ਾਮ ਦਿਓ ਜੀ ਹੁਣ ਤਾਂ, ਕਿਉਂਕਿ ਜਿਹੜੇ 2-3 ਮਹੀਨੇ ਆ, 2 ਮਹੀਨੇ ਆਪਾਂ ਬੂਟਾ ਸਾਂਭ ਲਾਂਗੇ, ਤੇ ਉਸ ਤੋਂ ਬਾਅਦ ਜਿਹੜਾ ਜੂਨ ਦਾ ਉਹ ਤੋਂ ਬਾਅਦ ਬਾਰਿਸ਼ ਆ ਜਾਂਦੀ ਹੈ, ਫਿਰ ਤਕਰੀਬਨ ਚੱਲ ਪੈਂਦਾ, ਕਿਉਂਕਿ ਬੂਟੇ ਵੀ ਇੱਥੇ 10-10 ਫੁੱਟ ਦੇ ਲਾਏ ਨੇ ਆਪਾਂ ਨੇ, ਇਸੇ ਕਰਕੇ ਵੱਡੇ ਬੂਟੇ ਲਾਏ ਨੇ ਇੱਥੇ। ਗੱਲ ਕਰੀਏ ਕਿੰਨੇ ਕੁ ਬੂਟੇ ਲਾਉਣ ਦਾ ਤੁਹਾਡਾ ਹੈਗਾ ਪ੍ਰੋਗਰਾਮ ਹੈ? ਜਿਹੜਾ ਗਰਾਊਂਡ ਹੈ ਨਗਰ ਕੌਂਸਲ ਇਹਨੂੰ ਆਲੇ ਦੁਆਲੇ ਸਾਰਾ ਭਰ ਦਾਂਗੇ ਜਿੰਨੇ ਲੱਗਣਗੇ ਜੀ ਇੱਥੇ ਬੂਟੇ, ਜਿੰਨੇ ਵੀ ਹੋਣਗੇ। ਬਿਲਕੁਲ ਜੀ। ਸਾਂਭ ਸੰਭਾਲ ਦੀ ਪੂਰੀ ਜ਼ਿੰਮੇਵਾਰੀ ਹਾਕੀ ਕਲੱਬ ਤੇ ਨਗਰ ਕੌਂਸਲ ਦੀ ਹੋਊਗੀ? ਨਗਰ ਕੌਂਸਲ ਸਾਂਭੂਗੀ, ਜੇ ਲਿਖ ਕੇ ਸਾਨੂੰ ਦੇਣਗੇ ਰਿਟਨ ਦੇ ਵਿੱਚ, ਫਿਰ ਹੀ ਸਾਂਭਾਂਗੇ। ਮੇਰਾ ਨਾਮ ਨਵਦੀਪ ਕੌਰ, ਉਹ ਦੱਸ ਦਿਓ ਆਪਣਾ ਉਹਦਾ। CF ਨਵਦੀਪ ਕੌਰ। ਕੀ ਕਹਿਣਾ ਚਾਹੁੰਦੇ ਜਿਹੜੇ ਬੂਟੇ ਲਗਾਏ ਗਏ ਨੇ ਨਗਰ ਕੌਂਸਲ ਤੇ ਹਾਕੀ ਕਲੱਬ ਵੱਲੋਂ? ਦੇਖੋ, ਜਿਹੜੇ ਬੂਟੇ ਲਗਾਏ ਗਏ ਨੇ, ਗੁਰਪ੍ਰੀਤ ਜੀ ਜਿਹੜੇ ਸਾਡੇ ਨਗਰ ਕੌਂਸਲ ਸਮਰਾਲਾ ਦੇ ਬ੍ਰਾਂਡ ਐਂਬੈਸਡਰ ਚੁਣੇ ਗਏ ਨੇ, ਇਹਨਾਂ ਦੇ ਵੱਲੋਂ ਤੇ ਹਾਕੀ ਕਲੱਬ ਵੱਲੋਂ ਬਹੁਤ ਵੱਡਾ ਉਪਰਾਲਾ ਸਾਡੀ ਨਗਰ ਕੌਂਸਲ ਲਈ, ਸਾਰੇ ਸ਼ਹਿਰ ਦੇ ਲਈ ਹੀ ਜਿਹੜੇ ਟਰੀ ਪਲਾਂਟੇਸ਼ਨ ਹੈ। ਤੇ ਇਹ ਬੂਟਿਆਂ ਨੂੰ ਅਸੀਂ ਮਤਲਬ ਅੱਜ ਤੋਂ ਸਾਡਾ ਜਿਹੜੀ ਕੰਪੇਨ ਹੈ ਮੇਰੀ ਲਾਈਫ ਮੇਰਾ ਸਵੱਛ ਕੰਪੇਨ ਦੇ ਅਧੀਨ ਅਸੀਂ ਇਹ ਪ੍ਰੋਗਰਾਮ ਅੱਜ ਤੋਂ ਸਟਾਰਟ ਕੀਤਾ। ਇਹ ਪ੍ਰੋਗਰਾਮ ਸਾਡਾ 18 ਜੂਨ ਤੱਕ ਹੈ, ਬਟ ਅਸੀਂ ਜਿਹੜੀ ਟਰੀ ਪਲਾਂਟੇਸ਼ਨ ਆ ਅਕਤੂਬਰ ਮਹੀਨੇ ਤੱਕ ਕਰਾਂਗੇ ਪੂਰੇ ਸ਼ਹਿਰ ਦੇ ਵਿੱਚ, ਤੇ ਨਾਲ ਸਾਡੇ ਸਹਿਯੋਗ ਹੋਏਗਾ ਸਾਡੇ ਬ੍ਰਾਂਡ ਐਂਬੈਸਡਰ ਗੁਰਪ੍ਰੀਤ ਸਿੰਘ ਬੇਦੀ ਜੀ ਦਾ। ਦੇਖਣ ਨੂੰ ਇਹ ਵੀ ਆਉਂਦਾ ਵੀ ਬੂਟੇ ਲਗਾ ਦਿੰਦੇ ਨੇ ਤੇ ਉਹਨਾਂ ਦੀ ਕਈ ਲੋਕ ਦੇਖਭਾਲ ਨਹੀਂ ਕਰਦੇ, ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਉਹਦੇ ਲਈ? ਸਰ, ਜਿੱਥੇ ਅਸੀਂ ਬੂਟੇ ਲਗਾਵਾਂਗੇ ਉੱਥੇ ਸਾਡਾ 100% ਇਹੀ ਉਪਰਾਲਾ ਹੋਊਗਾ ਵੀ ਅਸੀਂ ਇਹਨਾਂ ਪਲਾਂਟਸ ਦੀ ਪ੍ਰੋਪਰ ਦੇਖਭਾਲ ਕਰੀਏ, ਇਹਨਾਂ ਨੂੰ ਪ੍ਰੋਪਰ ਪਾਣੀ ਟਾਈਮ ਟੂ ਟਾਈਮ ਦਈਏ, ਤੇ ਸਾਡੇ ਮਾਲੀਜ਼ ਹੋਣਗੇ, ਸਾਡੇ ਵਰਕਰਸ ਇਹਨਾਂ ਦੀ ਦੇਖਭਾਲ ਕਰਨਗੇ, ਤੇ ਜਿੱਥੇ ਸਾਨੂੰ ਲੋੜ ਹੋਊਗੀ ਟਰੀ ਗਾਰਡ ਦੀ ਅਸੀਂ ਪਲਾਂਟ ਦੇ ਆਲੇ ਦੁਆਲੇ ਟਰੀ ਗਾਰਡ ਜ਼ਰੂਰ ਲਾਵਾਂਗੇ। ਕੱਲ ਪੂਰੇ ਪੰਜਾਬ ਦੇ ਵਿੱਚ 1 ਵਜੇ ਮੌਕੇ ਦੀ ਭਗਵੰਤ ਮਾਨ ਸਰਕਾਰ ਤੋਂ ਦੁਖੀ ਹੋ ਕੇ ਰੇਲਾਂ ਜਾਮ ਕਰਾਂਗੇ। ਮੈਂ ਮੀਡੀਆ ਨੂੰ ਤੇ ਦੇਸ਼ ਦੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਾਂਗਾ, ਅਸੀਂ ਰੇਲਾਂ ਜਾਮ ਨਹੀਂ ਕਰਨਾ ਚਾਹੁੰਦੇ। ਸਰਕਾਰ ਸੁਹਿਰਦਿਆਂ ਦੇ ਸਾਡੇ ਨਾਲ ਬਹਿ ਕੇ ਨਿਬੜ ਜੇ, ਆਪਣੀ ਕਮਿਟਮੈਂਟ ਤੇ ਰਹੇ, ਨਹੀਂ ਤਾਂ ਕਰੋ ਜਾਂ ਮਰੋ ਦੀ ਪੋਜੀਸ਼ਨ 'ਚ ਆ ਸਰਕਾਰ। ਲੱਗਦਾ ਵੀ ਸਰਕਾਰ ਜਬਰ ਢਾਹ ਕੇ, ਉਹਨਾਂ ਨੂੰ ਲੱਗਦਾ ਵੀ ਜਲੰਧਰ ਦੀ ਸੀਟ ਜਿੱਤ ਲਈ, ਹੁਣ ਪੰਜਾਬ ਉਹਨਾਂ ਦਾ ਵਾ। ਕਿਸਾਨਾਂ ਨੂੰ ਕੁੱਟ ਕੇ, ਕਿਸਾਨਾਂ ਦੀਆਂ ਲਾਸ਼ਾਂ ਦੇ ਉੱਤੇ ਚੜ੍ਹ ਕੇ ਪੰਜਾਬ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨੇ ਆ, ਤੇ ਕਰ ਲੈਣ। ਕੱਲ 1 ਵਜੇ ਪੂਰੇ ਪੰਜਾਬ ਦੀਆਂ ਰੇਲਾਂ ਜਾਮ ਕਰਾਂਗੇ। ਮੈਂ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ। ਕੱਲ ਪੂਰੇ ਪੰਜਾਬ ਦੇ ਵਿੱਚ 1 ਵਜੇ ਮੌਕੇ ਦੀ ਭਗਵੰਤ ਮਾਨ ਸਰਕਾਰ ਤੋਂ ਦੁਖੀ ਹੋ ਕੇ ਰੇਲਾਂ ਜਾਮ ਕਰਾਂਗੇ। ਵਜ੍ਹਾ ਇਹਦੀ ਇਹ ਹੈਗੀ ਆ ਵੀ ਗੁਰਦਾਸਪੁਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੇ ਸਾਰੇ ਪੰਜਾਬ ਦੇ ਕਿਸਾਨਾਂ ਨੂੰ, ਖਾਸ ਕਰਕੇ ਗੁਰਦਾਸਪੁਰ ਦੇ ਕਿਸਾਨਾਂ ਨੂੰ ਜ਼ਮੀਨਾਂ ਦੇ ਯੋਗ ਮੁਆਵਜ਼ੇ ਚੈੱਕ ਦੇ ਕੇ ਬਾਅਦ ਵਿੱਚ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਮੰਗ ਪ੍ਰਵਾਨ ਕੀਤੀ ਸੀ। ਅਗਸਤ ਤੱਕ ਦਾ ਟਾਈਮ ਲਿਆ ਸੀ। ਅੱਜ ਪੂਰੇ ਗੁਰਦਾਸਪੁਰ ਦੇ ਵਿੱਚ ਵੱਡੀ ਫੋਰਸ ਲਾ ਕੇ ਤੇ ਕਿਸਾਨਾਂ ਨਾਲ ਜ਼ਬਰ ਕਰਕੇ ਉੱਥੇ ਜ਼ਮੀਨਾਂ ਦੇ ਕਬਜ਼ੇ ਲੈ ਕੇ ਕਾਰਪੋਰੇਟ ਘਰਾਣਿਆਂ ਦੀਆਂ ਸੜਕਾਂ ਕੱਢੀਆਂ ਜਾ ਰਹੀਆਂ ਨੇ। ਇਵੇਂ ਹੀ ਤਰਨਤਾਰਨ ਦੇ ਵਿੱਚ ਵੀ ਕਿਹਾ ਵੀ ਅਸੀਂ ਮਈ ਤੇ ਕਬਜ਼ਾ ਲੈਣਾ ਵਾ। ਅੰਮ੍ਰਿਤਸਰ ਦੇ ਵਿੱਚ ਕੁਝ ਥਾਵਾਂ ਤੇ ਜਿੱਥੇ ਰੁਕੀਆਂ ਹੋਈਆਂ ਸੜਕਾਂ ਮੁਆਵਜ਼ਾ ਨਹੀਂ ਮਿਲਿਆ, ਉੱਥੇ ਜਬਰੀ ਕਬਜ਼ਾ ਕਰਨ ਆ ਰਹੇ ਆ। ਮੈਂ ਮੀਡੀਆ ਨੂੰ ਤੇ ਦੇਸ਼ ਦੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਾਂਗਾ, ਅਸੀਂ ਰੇਲਾਂ ਜਾਮ ਨਹੀਂ ਕਰਨਾ ਚਾਹੁੰਦੇ। ਸਰਕਾਰ ਸੁਹਿਰਦਿਆਂ ਦੇ ਸਾਡੇ ਨਾਲ ਬਹਿ ਕੇ ਨਿਬੜ ਜੇ, ਆਪਣੀ ਕਮਿਟਮੈਂਟ ਤੇ ਰਹੇ, ਨਹੀਂ ਤਾਂ ਕਰੋ ਜਾਂ ਮਰੋ ਦੀ ਪੋਜੀਸ਼ਨ 'ਚ ਆ ਸਰਕਾਰ। ਲੱਗਦਾ ਵੀ ਸਰਕਾਰ ਜਬਰ ਢਾਹ ਕੇ, ਉਹਨਾਂ ਨੂੰ ਲੱਗਦਾ ਵੀ ਜਲੰਧਰ ਦੀ ਸੀਟ ਜਿੱਤ ਲਈ, ਹੁਣ ਪੰਜਾਬ ਉਹਨਾਂ ਦਾ ਵਾ। ਕਿਸਾਨਾਂ ਨੂੰ ਕੁੱਟ ਕੇ, ਕਿਸਾਨਾਂ ਦੀਆਂ ਲਾਸ਼ਾਂ ਦੇ ਉੱਤੇ ਚੜ੍ਹ ਕੇ ਪੰਜਾਬ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨੇ ਆ, ਤੇ ਕਰ ਲੈਣ। ਕੱਲ 1 ਵਜੇ ਪੂਰੇ ਪੰਜਾਬ ਦੀਆਂ ਰੇਲਾਂ ਜਾਮ ਕਰਾਂਗੇ। ਧੰਨਵਾਦ।
ਦਿੱਲੀ ਕਟੜਾ ਨੈਸ਼ਨਲ ਹਾਈਵੇ ਦੇ ਲਈ ਜ਼ਮੀਨ ਅਕਵਾਇਰ ਕਰਨ ਦੇ ਲਈ ਐਸਡੀਐਮ ਗੁਰਦਾਸਪੁਰ ਅਮਨਦੀਪ ਕੌਰ ਦੀ ਅਗਵਾਈ ਵਿੱਚ ਪਿੰਡ ਥਾਨੇਵਾਲ ਵਿਖੇ ਸ਼ੁਰੂ ਕਰਵਾਏ ਗਏ ਕੰਮ ਨੂੰ ਕਿਸਾਨ ਜਥੇਬੰਦੀਆਂ ਨੇ ਬੰਦ ਕਰਵਾ ਦਿੱਤਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਸਥਿਤੀ ਤਣਾਅਪੂਰਨ ਹੁੰਦੀ ਦੇਖ ਮੌਕੇ ਤੇ ਭਾਰੀ ਪੁਲਿਸ ਬਲ ਤੈਨਾਤ ਕਰਨਾ ਪਿਆ ਹੈ। ਐਸਡੀਐਮ ਗੁਰਦਾਸਪੁਰ ਨੇ ਕਿਹਾ ਕਿ ਜਿਸ ਕਿਸਾਨ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਉਸ ਕਿਸਾਨ ਦੇ ਅਕਾਊਂਟ ਦੇ ਵਿੱਚ ਮੁਆਵਜ਼ੇ ਦੇ ਪੈਸੇ ਪਹੁੰਚ ਚੁੱਕੇ ਨੇ ਅਤੇ ਕਿਸਾਨ ਨੇ ਜ਼ਮੀਨ ਅਕਵਾਇਰ ਕਰਨ ਦੇ ਲਈ ਲਿਖਤੀ ਰੂਪ ਦੇ ਵਿੱਚ ਵੀ ਦਿੱਤਾ ਹੋਇਆ ਹੈ। ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਥੇਬੰਦੀ ਦੇ ਆਗੂ ਜਬਰੀ ਚੱਲ ਰਹੇ ਹਨ, ਕੰਮ ਨੂੰ ਰੋਕ ਰਹੇ ਹਨ, ਜੋ ਕਿ ਸਰਾਸਰ ਗਲਤ ਹੈ। ਪਰ ਕਿਸਾਨ ਜਥੇਬੰਦੀ ਦਾ ਕਹਿਣਾ ਹੈ ਕਿ ਸਿਰਫ ਕੁਝ ਹੀ ਕਿਸਾਨਾਂ ਨੂੰ ਮੁਆਵਜ਼ੇ ਦੇ ਪੈਸੇ ਦਿੱਤੇ ਗਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਾਰਡਬੰਦੀ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ, ਜਿਸ ਕਰਕੇ ਕੰਮ ਨੂੰ ਰੋਕਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਥਾਨੇਵਾਲ ਦੇ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਦਿੱਲੀ ਕਟੜਾ ਨੈਸ਼ਨਲ ਹਾਈਵੇ ਦੇ ਲਈ ਧੱਕੇ ਦੇ ਨਾਲ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ। ਇਸ ਦੇ ਲਈ ਇੱਥੇ ਆ ਕੇ ਕੰਮ ਨੂੰ ਰੋਕਿਆ ਗਿਆ। ਉਹਨਾਂ ਨੇ ਕਿਹਾ ਹੈ ਕਿ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਜ਼ਮੀਨ ਦਾ ਮੁਆਵਜ਼ਾ ਦੇਣ ਦੇ ਲਈ ਸਹੀ ਢੰਗ ਦੇ ਨਾਲ ਵਾਰਡਬੰਦੀ ਨਹੀਂ ਕੀਤੀ ਹੈ ਅਤੇ ਨਾ ਹੀ ਸਾਰੇ ਕਿਸਾਨਾਂ ਨੂੰ ਇਸ ਦਾ ਇਕਸਾਰ ਮੁਆਵਜ਼ਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਡੀਸੀ ਗੁਰਦਾਸਪੁਰ ਦੇ ਨਾਲ ਵੀ ਮੀਟਿੰਗ ਹੋਈ ਸੀ ਪਰ ਅਜੇ ਤੱਕ ਕੋਈ ਵੀ ਹੱਲ ਨਹੀਂ ਨਿਕਲ ਪਾਇਆ। ਇਸ ਦੇ ਲਈ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਸਹੀ ਢੰਗ ਦੇ ਨਾਲ ਵਾਰਡਬੰਦੀ ਨਹੀਂ ਕੀਤੀ ਜਾਂਦੀ ਅਤੇ ਸਾਰੇ ਕਿਸਾਨਾਂ ਨੂੰ ਜ਼ਮੀਨ ਦਾ ਮੁਆਵਜ਼ਾ ਇਕਸਾਰ ਨਹੀਂ ਮਿਲਦਾ ਉਦੋਂ ਤੱਕ ਕੰਮ ਸ਼ੁਰੂ ਨਹੀਂ ਕੀਤਾ ਜਾਵੇਗਾ। ਉੱਥੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪਹੁੰਚੇ ਐਸਡੀਐਮ ਗੁਰਦਾਸਪੁਰ ਅਮਨਦੀਪ ਕੌਰ ਨੇ ਦੱਸਿਆ ਕਿ ਦਿੱਲੀ ਕਟੜਾ ਨੈਸ਼ਨਲ ਹਾਈਵੇ ਪ੍ਰੋਜੈਕਟ ਦੇ ਲਈ ਪਿੰਡ ਥਾਨੇਵਾਲ ਵਿਖੇ ਜ਼ਮੀਨ ਅਕਵਾਇਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕਿਸਾਨਾਂ ਨੇ ਮੌਕੇ ਤੇ ਪਹੁੰਚ ਕੇ ਚੱਲ ਰਹੇ ਕੰਮ ਨੂੰ ਜਬਰੀ ਬੰਦ ਕਰਵਾ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਜਿਸ ਕਿਸਾਨ ਦੀ ਇਹ ਜ਼ਮੀਨ ਹੈ ਉਸ ਕਿਸਾਨ ਦੇ ਵੱਲੋਂ ਜ਼ਮੀਨ ਦਾ ਮੁਆਵਜ਼ਾ ਵੀ ਲਿਆ ਜਾ ਚੁੱਕਿਆ ਹੈ ਤੇ ਕਿਸਾਨ ਦੇ ਵੱਲੋਂ ਲਿਖਤੀ ਰੂਪ ਦੇ ਵਿੱਚ ਵੀ ਦਿੱਤਾ ਗਿਆ ਹੈ ਕਿ ਉਸ ਦੀ ਜ਼ਮੀਨ ਅਕਵਾਇਰ ਕੀਤੀ ਜਾਵੇ, ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਥੇਬੰਦੀ ਦੇ ਵੱਲੋਂ ਜਬਰੀ ਕੰਮ ਨੂੰ ਰੋਕਿਆ ਗਿਆ ਜੋ ਕਿ ਸਰਾਸਰ ਗਲਤ ਹੈ। ਉਹਨਾਂ ਨੇ ਕਿਹਾ ਹੈ ਕਿ ਡੀਸੀ ਗੁਰਦਾਸਪੁਰ ਦੇ ਵੱਲੋਂ ਵਾਰਡਬੰਦੀ ਵੀ ਕਿਸਾਨਾਂ ਦੇ ਕਹਿਣ ਮੁਤਾਬਕ ਕਰ ਦਿੱਤੀ ਗਈ ਹੈ ਪਰ ਕਿਸਾਨ ਜਾਣਬੁੱਝ ਕੇ ਆਪਣੀ ਜਿੱਦ ਤੇ ਅੜੇ ਹੋਏ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਕਿਸਾਨਾਂ ਨੂੰ ਹਟਾਉਣ ਦੇ ਲਈ ਡੀਸੀ ਗੁਰਦਾਸਪੁਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਹੁਕਮਾਂ ਦੇ ਮੁਤਾਬਕ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਹਰਵਿੰਦਰ ਸਿੰਘ ਮਸਾਣੀਆਂ ਇਸ ਸਮੇਂ ਬਿਲਕੁਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਥਾਣੇਵਾਲ ਦੇ ਵਿੱਚ ਖੇਤਾਂ ਦੇ ਵਿੱਚ ਖੜੇ ਆ। ਉਹ ਜ਼ਮੀਨ ਜਿਹੜੀ ਸਰਕਾਰ ਦਾਅਵਾ ਕਰਦੀ ਆ ਕਿ ਅਸੀਂ ਅਕਵਾਇਰ ਕਰ ਲਈ ਆ ਨੈਸ਼ਨਲ ਹਾਈਵੇ ਨੇ, ਉਹਦੇ ਵਿੱਚ ਜਿਹੜਾ ਚੋਰੀ ਦੇ ਆਧਾਰ ਦੇ ਉੱਤੇ ਕਿ ਬਿਲਕੁਲ ਚੋਰੀ ਛੁਪੇ ਜਿਵੇਂ ਕਬਜ਼ਾ ਲੈਂਦੇ ਆ, ਕਦੇ ਕਿਤੇ ਤੇ ਕਦੇ ਕਿਤੇ ਪ੍ਰਸ਼ਾਸਨ ਜਿਹੜਾ ਲੁਕਵੇਂ ਰੂਪ ਦੇ ਵਿੱਚ ਕਬਜ਼ੇ ਲੈਣ ਦੇ ਵਿੱਚ ਜਿਹੜੀ ਕੋਸ਼ਿਸ਼ ਕਰਦਾ ਪਿਆ, ਉੱਦਾਂ ਹੀ ਅੱਜ ਕਬਜ਼ਾ ਜਿਹੜਾ ਪਿੰਡ ਥਾਣੇਵਾਲ ਦੇ ਵਿੱਚ ਮਾਣਯੋਗ ਐਸਡੀਐਮ ਗੁਰਦਾਸਪੁਰ ਨਾਲ ਭਾਰੀ ਪੁਲਿਸ ਪ੍ਰਸ਼ਾਸਨ ਬਲ ਲੈ ਕੇ ਜਿਹੜਾ ਇੱਥੇ ਇਸ ਜ਼ਮੀਨ ਦੇ ਉੱਤੇ ਕਬਜ਼ਾ ਲੈਣ ਵਾਸਤੇ ਆਏ ਨੇ। ਅਸੀਂ ਬਿਲਕੁਲ ਇਹ ਗੱਲ ਕਹਿ ਦੇਣੀ ਚਾਹੁੰਦੇ ਹਾਂ ਕਿ ਪਿਛਲੇ ਜਨਵਰੀ, ਫਰਵਰੀ ਤੇ ਮਾਰਚ ਮਹੀਨੇ ਦੇ ਵਿੱਚ ਲੱਗੇ 3 ਰੇਲ ਰੋਕੋ ਧਰਨਿਆਂ ਦੇ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਗੁਰਦਾਸਪੁਰ ਜੀ ਵੱਲੋਂ ਸਾਡੇ ਨਾਲ ਜਿਹੜੀ ਕਮਿਟਮੈਂਟ ਹੋਈ ਆ ਉਹਦੇ ਵਿੱਚ ਇਹ ਗੱਲ ਬਿਲਕੁਲ ਸਾਫ਼ ਹੋਈ ਆ ਕਿ ਇੱਕਸਾਰ ਮੁਆਵਜ਼ੇ ਕਿਸਾਨਾਂ ਤੱਕ ਪਹੁੰਚਣ ਤੋਂ ਬਾਅਦ ਆਰਬਿਟ੍ਰੇਸ਼ਨ 'ਚ ਲੱਗੇ ਕੇਸਾਂ ਦੇ ਹੱਲ ਹੋਣ ਤੋਂ ਬਾਅਦ 30 ਅਗਸਤ ਤੱਕ ਜਿਹੜਾ ਉਹ ਇਹਦੇ ਉੱਤੇ ਜਿਹੜੀ ਅਗਲੀ ਕਾਰਵਾਈ ਆਰੰਭੀ ਜਾਊਗੀ। ਅੱਜ ਨਾ ਤਾਂ 30 ਅਗਸਤ ਆ, ਨਾ ਆਰਬਿਟ੍ਰੇਸ਼ਨ ਦੇ ਕੋਲ ਸਾਡੇ ਮਸਲਿਆਂ ਦਾ ਹੱਲ ਹੋਇਆ, ਨਾ ਸਾਡੇ ਪਾਣੀ ਦੇ ਖਾਲ ਜਿਹੜੇ ਹਾਈਵੇ ਦੇ ਆਰ-ਪਾਰ ਜਾਣੇ ਨਾ ਉਹਨਾਂ ਦੀ ਕੋਈ ਗੱਲਬਾਤ ਹੋਈ, ਜਿਹੜੇ ਮੋਟਰਾਂ ਦੇ ਕਨੈਕਸ਼ਨ ਆਰ-ਪਾਰ ਜਾਣੇ ਸੀਗੇ ਉਹਦੇ ਬਾਰੇ ਵੀ ਕੋਈ ਵੀ ਗੱਲਬਾਤ ਨਹੀਂ ਹੋਈ। ਸਾਰੇ ਦਾ ਸਾਰਾ ਕੰਮ ਉੱਥੇ ਖੜਾ। ਬਰਸਾਤੀ ਪਾਣੀ ਜਿਹੜਾ ਉਹ ਕਿਵੇਂ ਆਰ-ਪਾਰ ਜਾਣਾ ਉਹਦੇ ਬਾਰੇ ਵੀ ਅਜੇ ਕੋਈ ਗੱਲਬਾਤ ਜਿਹੜੀ ਆ ਸਰਕਾਰ ਨੇ ਸਾਡੇ ਨਾਲ ਨਹੀਂ ਰੱਖੀ। ਜਿਹੜੀ ਕਿਸਾਨ ਦੀ ਜ਼ਮੀਨ ਉਹਦੇ ਪੈਸੇ ਲੈ ਚੁੱਕਾ, ਕਿਸਾਨ ਲਿਖਤੀ ਰੂਪ 'ਚ ਦੇ ਚੁੱਕਾ। ਬਿਲਕੁਲ ਬਿਲਕੁਲ ਤੁਹਾਡਾ ਸਵਾਲ ਬੜਾ ਸਾਰਥਕ ਆ। ਕਿਸਾਨ ਭਾਵੇਂ ਲਿਖਤੀ ਰੂਪ 'ਚ ਦੇਵੇ ਤੇ ਭਾਵੇਂ ਪੈਸੇ ਲੈ ਲਵੇ, ਅਸੀਂ ਕਦੇ ਵੀ ਕਿਸਾਨ ਦੇ ਨਾਲ ਨਹੀਂ ਲੜਿਆ। ਅੱਜ ਇਹ ਜ਼ਮੀਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਆ, ਉਹ ਭਾਰਤ ਸਰਕਾਰ ਦੀ ਜਾਂ ਪੰਜਾਬ ਸਰਕਾਰ ਦੇ ਅਫਸਰ ਇਹਦੇ ਕਾਬਜ਼ ਦੇ ਇਹਦੇ ਮਾਲਕ ਆਪਣੇ ਆਪ ਨੂੰ ਕਹਿੰਦੇ ਨੇ। ਸਾਡੀ ਲੜਾਈ ਸਰਕਾਰ ਨਾਲ ਆ। ਮੈਂ 2 ਵਾਰੀ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਸਾਡੀ ਲੜਾਈ ਸਰਕਾਰ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਨਾਲ ਇੱਕਸਾਰ ਮੁਆਵਜ਼ੇ ਨੂੰ ਲੈ ਕੇ ਤੇ ਸਾਡੀਆਂ ਸਹੂਲਤਾਂ ਜਿਹੜੀਆਂ ਨੈਸ਼ਨਲ ਹਾਈਵੇ ਤੋਂ ਸਾਨੂੰ ਮਿਲਣੀਆਂ ਉਹ ਜਿੰਨੀ ਦੇਰ ਤੱਕ ਨਹੀਂ ਮਿਲਦੀਆਂ ਅਸੀਂ ਉਹਨਾਂ ਨਾਲ ਲੜ ਰਹੇ ਹਾਂ। ਸਾਡਾ ਮਾਲਕੀ ਹੱਕ ਜਿਹੜਾ ਕਿਸਾਨੀ ਦਾ ਉਹਦੇ ਨਾਲ ਸਾਡਾ ਕੋਈ ਝਗੜਾ ਨਹੀਂ। ਕੀ ਚਾਹੁੰਦੇ ਹੋ ਨੈਸ਼ਨਲ ਇਸ ਵਿਕਾਸ ਹੋਣਾ ਜੇ ਨੈਸ਼ਨਲ ਹਾਈਵੇ ਕੋ ਬੰਦਾ ਬਹੁਤ ਚੰਗੀ ਗੱਲ ਹੈ। ਦੇਸ਼ ਵਿਕਾਸ ਦੀ ਲਹਿਰ ਦੇ ਵਿੱਚ ਜਾ ਰਿਹਾ। ਜਥੇਬੰਦੀ ਕਦੇ ਵੀ ਵਿਕਾਸ ਦੇ ਰਾਹ ਦੇ ਵਿੱਚ ਰੋੜਾ ਨਹੀਂ ਬਣੀ। ਅਸੀਂ ਨੈਸ਼ਨਲ ਹਾਈਵੇ ਤੋਂ ਇਹ ਕੋਈ ਵੱਡੀ ਮੰਗ ਨਹੀਂ ਰੱਖਦੇ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਰਸਤੇ ਬੰਦ ਹੁੰਦੇ ਪਏ ਨੇ, ਜ਼ਮੀਨਾਂ ਨੂੰ ਆਰ-ਪਾਰ ਜਾਣ ਦੇ ਲਈ ਰਸਤੇ ਦੇ ਦਿੱਤੇ ਜਾਣ। ਜਿਨ੍ਹਾਂ ਲੋਕਾਂ ਦੇ ਪਾਣੀ ਦੇ ਖਾਲ ਜਿਹੜੇ ਨੇ ਉਹ ਹਾਈਵੇ ਦੇ ਕਰਕੇ ਬੰਦ ਹੋ ਜਾਣੇ ਆ, ਉਹਨਾਂ ਨੂੰ ਅੰਡਰਗਰਾਊਂਡ ਪਾਣੀ ਦੀ ਸਹੂਲਤ ਦੇ ਦਿੱਤੀ ਜਾਵੇ। ਜਿਨ੍ਹਾਂ ਦੇ ਟਿਊਬਵੈੱਲ ਕਨੈਕਸ਼ਨ ਆਰ-ਪਾਰ ਹੋਣ ਕਰਕੇ ਟੁੱਟ ਜਾਣੇ ਨੇ, ਮੋਟਰਾਂ ਦੂਸਰੇ ਪਾਸੇ ਰਹਿ ਜਾਣੀਆਂ ਨੇ, ਉਹਨਾਂ ਜ਼ਮੀਨਾਂ ਦੇ ਵਾਸਤੇ ਟਿਊਬਵੈੱਲ ਕਨੈਕਸ਼ਨ ਮੁਹੱਈਆ ਕਰਵਾਈ ਜਾਣ। ਜਿਹੜੀ ਕੋਈ 2, 3, 4 ਮਰਲੇ ਜ਼ਮੀਨ ਜਿਹੜੀ ਉਹ ਹਾਈਵੇ ਦੀ ਕਟਾਈ ਕਰਨ ਤਿਰਛੇ ਰੂਪ ਦੇ ਵਿੱਚ ਪਰਲੇ ਪਾਸੇ ਜਾਂਦੀ ਆ, ਉਹ ਕਿਸੇ ਵੀ ਉਪਯੋਗ 'ਚ ਨਹੀਂ ਹੈਗੀ। ਅਸੀਂ ਚਾਹੁੰਦੇ ਹਾਂ ਕਿ ਨੈਸ਼ਨਲ ਹਾਈਵੇ ਉਹਨੂੰ ਐਕਵਾਇਰ ਕਰਕੇ ਉਹਦੇ ਸਹੀ ਮੁਆਵਜ਼ੇ ਦੇ ਰੂਪ ਦੇ ਵਿੱਚ ਕਿਸਾਨਾਂ ਨੂੰ ਦੇਵੇ ਤੇ ਇੱਕਸਾਰ ਮੁਆਵਜ਼ਾ ਦੇਵੇ ਜੀ।
ਇਹ ਗਲਤ ਗੱਲ ਇਹ ਆ ਕਿ ਮੁੱਦਾ ਸਾਡਾ ਇਹ ਰਿਹਾ ਕਿ ਅਵਾਰਡ ਇਕਸਾਰ ਕੀਤੇ ਜਾਣ। ਮੈਂ ਹੁਣ ਵੀ ਇਹ ਗੱਲ ਕਹਿਣਾ, ਅਵਾਰਡ ਇਕਸਾਰ ਕਰਕੇ ਕਿਸਾਨਾਂ ਤੱਕ ਪਹੁੰਚਦੇ ਕੀਤੇ ਜਾਣ। ਕੇਵਲ ਕਾਗਜ਼ੀ ਉਹਨਾਂ ਨੂੰ ਇੱਕ ਇਨਵੈਲਪ ਦੇ ਰੂਪ ਦੇ ਵਿੱਚ ਬੰਦ ਕਰਕੇ ਜਥੇਬੰਦੀ ਨੂੰ ਦਿਖਾ ਕੇ ਜਾਂ ਅਖਬਾਰਾਂ ਦੇ ਵਿੱਚ ਸ਼ੋਹਰਤ ਖੱਟ ਕੇ ਕਿ ਇੰਨੀ ਇਨਹਾਂਸਮੈਂਟ ਇੰਨੇ ਪਿੰਡਾਂ ਦੀ ਹੋ ਗਈ ਤੇ ਉਸ ਤੋਂ ਅੱਗੇ ਕੁਝ ਵੀ ਨਾ ਚੱਲਣਾ ਮੰਦਭਾਗਾ। ਜਦੋਂ ਇਹ ਬਿਲਕੁਲ ਅਮਲੀ ਰੂਪ ਦੇ ਵਿੱਚ ਜ਼ਮੀਨੀ ਪੱਧਰ ਤੇ ਕਿਸਾਨ ਦੀ ਪਹੁੰਚ ਤੱਕ, ਮਜ਼ਦੂਰ ਦੀ ਪਹੁੰਚ ਤੱਕ ਹੋ ਜਾਵੇਗਾ, ਇਹਨਾਂ ਕਬਜ਼ਿਆਂ ਨੂੰ ਬਿਲਕੁਲ ਕੋਈ ਅੜਚਨ ਨਹੀਂ ਰਹੇਗੀ। ਹੁਣ ਜਥੇਬੰਦੀ ਦਾ ਕੀ ਫੈਸਲਾ ਜੀ? ਕਦੋਂ ਤੱਕ ਜਥੇਬੰਦੀ ਬਿਲਕੁਲ ਇੱਥੇ ਲੰਮੇ ਸਮੇਂ ਦੀ ਲੰਮੇਰੀ ਸੋਚ ਦੇ ਨਾਲ ਅੱਜ ਪਿੰਡ ਠਾਣੇਵਾਲ ਦੇ ਵਿੱਚ ਆ ਕੇ ਜਿੱਥੇ ਕਬਜ਼ਾ ਪ੍ਰਸ਼ਾਸਨ ਆਪਣੇ ਬਲ ਦੇ ਨਾਲ ਲੈਣ ਦੀ ਕੋਸ਼ਿਸ਼ ਕਰਦਾ ਪਿਆ, ਰੁਕਿਆ। ਅਗਲੀ ਰਣਨੀਤੀ ਅਗਲੇ ਫੈਸਲੇ ਤੇ ਆਧਾਰਿਤ ਹੁੰਦੀ ਆ। ਜਿਵੇਂ ਦਾ ਫੈਸਲਾ ਹੋਏਗਾ ਉਦਾਂ ਦੀ ਰਣਨੀਤੀ ਤੇ ਚੱਲਾਂਗੇ ਜੀ। ਅਸੀਂ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਦਾ ਜਿਹੜਾ ਪ੍ਰੋਜੈਕਟ ਆ ਨਾ, ਉਹਦੇ ਰਿਗਾਰਡਿੰਗ ਇਸ ਪਿੰਡ ਦੀ ਜਿਹੜੀ ਜ਼ਮੀਨ ਹੈ ਉਹਦਾ ਅਸੀਂ ਪੋਜੈਸ਼ਨ ਆਲਰੇਡੀ ਲੈ ਚੁੱਕੇ ਹਾਂ। ਤੇ ਜਿਹੜਾ ਜ਼ਿਮੀਂਦਾਰ ਵੀ ਸੀ, ਕਿਸਾਨ ਜਿਸ ਦੀ ਇਹ ਜ਼ਮੀਨ ਆ, ਉਹਨਾਂ ਨੇ ਆਪਣੀ ਮਰਜ਼ੀ ਨਾਲ ਜ਼ਮੀਨ ਦਿੱਤੀ ਹੈ ਤੇ ਮੁਆਵਜ਼ਾ ਵੀ ਲੈ ਲਿਆ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਕਿਸਾਨ ਹੈ, ਜਿਹੜਾ ਮਾਲਕ ਆ, ਉਹ ਰਾਜ਼ੀ ਹੈ, ਪ੍ਰਸ਼ਾਸਨ ਦੇ ਨਾਲ ਵੀ ਸਹਿਮਤ ਹੈ, ਨੈਸ਼ਨਲ ਹਾਈਵੇ ਦੇ ਨਾਲ ਵੀ ਸਹਿਮਤ ਹੈ ਕਿ ਇੱਥੇ ਆ ਕੇ ਕੰਮ ਕਰੋ। ਪਰ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਜਿਨ੍ਹਾਂ ਦੇ ਮੈਂਬਰਸ ਦੀ ਜ਼ਮੀਨ ਵੀ ਨਹੀਂ ਆ, ਉਹ ਸਾਡਾ ਇੱਥੇ ਆ ਕੇ ਕੰਮ ਰੋਕ ਰਹੇ ਹੋ। ਕੀ ਕਹਿ ਰਹੇ ਹੋ ਜੀ? ਉਹਨਾਂ ਨੂੰ ਕੀ ਕਿਹਾ ਜਾ? ਮੇਨ ਉਹਨਾਂ ਦੇ ਉਹੀ ਜਿਹੇ ਮਸਲੇ ਹੈਗੇ ਨੇ ਜਿਹੜੇ ਕਿ 1 ਸਾਲ ਪਹਿਲਾਂ ਸੀਗੇ ਕਿ ਸਾਡਾ ਜਿਹੜਾ ਮੁਆਵਜ਼ਾ ਹੈਗਾ ਜ਼ਮੀਨਾਂ ਦਾ ਉਹ ਵਧਾਇਆ ਜਾਵੇਗਾ। ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹਾਂਗੇ ਕਿ ਜਿਹੜਾ ਮੁਆਵਜ਼ੇ ਦਾ ਵਾਧਾ ਇਹ ਹੁਣ ਮਾਨਯੋਗ ਆਰਬੀਟਰੇਟਰ ਜਿਹਦਾ ਦਫ਼ਤਰ ਵਿਖੇ ਹੀ ਹੋਣਾ, ਉਹਨਾਂ ਦੀ ਕੋਰਟ ਵਿੱਚ ਹੀ, ਤੇ ਇਹ ਪ੍ਰਸ਼ਾਸਨ ਨੇ ਆਪਣੇ ਐਫਰਟਸ ਦੇ ਨਾਲ 120 ਦੇ ਕਰੀਬ ਪਟੀਸ਼ਨਸ ਹੁੰਦੀਆਂ ਨੇ ਮੁਆਵਜ਼ੇ ਦੇ ਵਾਧੇ ਵਾਸਤੇ, ਉਸੇ ਆਰਬੀਟਰੇਟਰ ਦੇ ਦਫ਼ਤਰ ਵਿਖੇ ਵੀ ਦਾਇਰ ਕਰ ਦਿੱਤੀਆਂ ਤੇ ਉਹਦੀਆਂ ਹੁਣ ਅਗਾਂਹ ਤਰੀਕਾਂ ਵੀ ਪੈ ਰਹੀਆਂ ਨੇ। ਕੁਝ ਪਟੀਸ਼ਨਸ ਸੀਗੀਆਂ ਬਟਾਲਾ ਸਾਈਡ ਦੀਆਂ, ਉਸ ਦਾ ਫੈਸਲਾ ਵੀ ਹੋ ਗਿਆ। ਪਰ ਸਾਡੇ ਜਿਹੜੇ ਕਿਸਾਨ ਹੈ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਇਹਨਾਂ ਨੇ ਆਪਣੀ ਇਹ ਜ਼ਿੱਦ ਫੜੀ ਹੋਈ ਹੈ ਕਿ ਜਦ ਤੱਕ ਇਹ ਵਧੇ ਹੋਏ ਮੁਆਵਜ਼ੇ ਦੀ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਪੈ ਜਾਏਗੀ, ਉਦੋਂ ਤੱਕ ਉਹ ਮੁਆਵਜ਼ਾ ਨਹੀਂ ਦੇਣਗੇ। ਪ੍ਰਸ਼ਾਸਨ ਦਾ ਅਗਲਾ ਕਦਮ ਕੀ ਹੋਏਗਾ ਫਿਰ ਹੁਣ? ਸਾਡਾ ਅਗਲਾ ਕਦਮ ਇਹੀ ਹੈ ਕਿ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਆਰਾਮ ਦੇ ਨਾਲ ਸਮਝਾਈਏ, ਬਟ ਇਹ ਹਾਲੇ ਤੱਕ ਇਹ ਸਮਝ ਨਹੀਂ ਰਹੇ ਹੈਗੇ। ਸੋ ਜੋ ਵੀ ਸਾਡੇ ਮਾਨਯੋਗ ਡੀਸੀ ਸਾਹਿਬ ਵੱਲੋਂ ਜੋ ਫੈਸਲਾ ਹੋਏਗਾ ਉਹ ਅਸੀਂ ਫੀਲਡ ਵਿੱਚ ਲਾਗੂ ਕਰਾਂਗੇ। ਮੈਡਮ, ਜਥੇਬੰਦੀ ਨੂੰ ਜਬਰੀ ਕੰਮ ਰੋਕਿਆ ਗਿਆ ਜੀ? ਉਹਨਾਂ ਨੇ ਰੋਕਿਆ ਜੀ, ਜਬਰੀ ਸੀ ਰੋਕਿਆ? ਹਾਂ, ਜਬਰੀ ਰੋਕਿਆ। ਉਹਨਾਂ ਦੀ ਕੋਈ ਮਾਲਕੀ ਨਹੀਂ ਹੈਗੀ। ਇਨਫੈਕਟ ਬਹੁਤ ਸਾਰੇ ਕਿਸਾਨ ਸਾਡੇ ਗੁਰਦਾਸਪੁਰ ਦੇ ਪਿੰਡਾਂ ਦੇ ਵੀ ਨਹੀਂ ਹੈਗੇ, ਸਬ ਡਿਵੀਜ਼ਨ ਦੇ। ਇਹ ਵੱਖ-ਵੱਖ ਜਿਵੇਂ ਸ਼੍ਰੀ ਹਰਗੋਬਿੰਦਪੁਰ ਤੋਂ ਉਸ ਸਾਈਡ ਤੋਂ ਆਏ। ਲੱਗਦਾ ਸਖਤ ਕਦਮ ਚੁੱਕਣ ਦੀ ਲੋੜ ਹੈ ਮੈਡਮ ਇੱਥੇ? ਹਾਂਜੀ, ਲੱਗਦਾ ਸਖਤ ਕਦਮ ਚੁੱਕਣ ਦੀ ਲੋੜ ਹੈਗੀ ਜਥੇਬੰਦੀ ਦੇ ਉੱਪਰ? ਸਖਤ ਅਫਕੋਰਸ ਜੇ ਨਹੀਂ ਹੋਇਆ ਤਾਂ ਫਿਰ ਸਖਤ ਕਦਮ ਚੱਕਿਆ ਜਾਣਾ ਪਏਗਾ। ਜਿਸ ਤਰ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ 30 ਅਗਸਤ ਦਾ ਇਹਨਾਂ ਨੇ ਸਮਾਂ ਦਿੱਤਾ ਸੀਗਾ ਬਟਾਲੇ ਰੇਲਵੇ ਸਟੇਸ਼ਨ ਨੂੰ ਜਿਹੜਾ ਇਹਨਾਂ ਨੇ ਜਾਮ ਕੀਤਾ। ਨਹੀਂ, ਉਹ ਹੁਣ ਦੇਖੋ ਸਾਡੇ ਡੀਸੀ ਸਾਹਿਬ ਨੇ ਇੰਨੇ ਐਫਰਟਸ ਦੇ ਨਾਲ ਮਾਨਯੋਗ ਆਰਬੀਟਰੇਟਰ ਦੇ ਦਫ਼ਤਰ ਵਿਖੋਂ ਇਹ ਅਵਾਰਡ ਕਰਵਾਇਆ ਸੀਗਾ ਬਟਾਲਾ ਦਾ। ਬਟ ਹੁਣ ਗੱਲ ਇਹ ਹੈ ਕਿ ਜਿਹੜੇ ਸਾਡੇ ਫਾਰਮਰਸ ਆ ਉਹਨਾਂ ਦਾ ਕੀ ਸਹਿਯੋਗ ਹੈ ਪ੍ਰਸ਼ਾਸਨ ਨੂੰ? ਅਵਾਰਡ ਵੀ ਹੋ ਗਿਆ। ਹੁਣ ਪਹਿਲਾਂ ਉਹਨਾਂ ਦੀ ਇਹ ਸ਼ਰਤ ਸੀ ਕਿ ਸਾਡਾ ਅਵਾਰਡ ਕਰਵਾਓ, ਹੁਣ ਉਹ ਇਹ ਸ਼ਰਤ ਰੱਖ ਰਹੇ ਕਿ ਸਾਡਾ ਅਵਾਰਡ ਦੀ ਜਿਹੜੀ ਰਾਸ਼ੀ ਆ ਉਹ ਸਾਡੇ ਖਾਤਿਆਂ ਵਿੱਚ ਪਾਓ। ਇਹ ਵੀ ਪੂਰੀ ਹੋ ਜਾਏਗੀ, ਇਹ ਫਿਰ ਅਗਾਂਹ ਇੱਕ ਹੋਰ ਸ਼ਰਤ ਰੱਖ ਦੇਣਗੇ। ਸੋ ਇਹ ਹਾਂ, ਸਾਡੇ ਵੱਲੋਂ ਇਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਧੱਕੇਬਾਜ਼ੀ ਨਹੀਂ ਕੀਤੀ ਜਾ ਰਹੀ, ਬਟ ਲੋੜ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਸ ਨੂੰ ਵੀ ਸਮਝਣ ਦੀ ਕਿ ਪ੍ਰਸ਼ਾਸਨ ਉਹਨਾਂ ਦਾ ਸਾਥ ਦੇ ਰਿਹਾ। ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ, ਚਲੋ ਠੀਕ ਹੈ, ਜਿਹੜੀ ਜਾਇਜ਼ ਆ ਉਹ ਪੂਰੀ ਹੋ ਵੀ ਰਹੀਆਂ ਨੇ। ਕੰਮ ਹੁਣ ਰੋਕ ਦਿੱਤਾ ਗਿਆ? ਮੈਂ ਕੰਮ ਰੋਕਿਆ ਹੋਇਆ ਫਿਲਹਾਲ, ਬਟ ਸਾਡੀ ਕੋਸ਼ਿਸ਼ ਰਹੇਗੀ ਕਿ ਆਪਾਂ ਇਹਨੂੰ ਸ਼ੁਰੂ ਕਰਵਾਈਏ ਕੰਮ। ਠੀਕ ਹੈ, ਥੈਂਕ ਯੂ। ਬਈ ਮੈਂ ਚਾਹੁੰਦਾ ਮੇਰੀ ਕੁੜੀ ਦਾ ਵਿਆਹ ਹਰ ਕਿਸੇ ਨੂੰ ਯਾਦ ਰਵੇ, ਇਸ ਲਈ ਕਰਨੀ ਮੈਂ ਡੈਸਟੀਨੇਸ਼ਨ ਵੈਡਿੰਗ ਹੀ ਆ। ਤੁਸੀਂ ਫਿਕਰ ਨਾ ਕਰੋ, ਇੰਡੀਅਨ ਸਵੀਟ ਮਾਸਟਰ ਵਾਲੇ ਹੈਗੇ ਨੇ ਨਾ, ਇਹਨਾਂ ਕੋਲ ਫਾਰਮ ਹਾਊਸ ਵਰਗੀ ਬਹੁਤ ਵੱਡੀ ਜਗ੍ਹਾ ਹੈ। ਡੈਸਟੀਨੇਸ਼ਨ ਵੈਡਿੰਗਸ ਲਈ ਪਰਫੈਕਟ। ਐਦਾਂ ਲੱਗੇਗਾ ਜਿਵੇਂ ਕਿਸੇ ਵਧੀਆ ਡੈਸਟੀਨੇਸ਼ਨ ਤੇ ਪਹੁੰਚ ਗਏ ਹੋ। ਹੈ ਵੀ ਸ਼ਹਿਰ ਦੇ ਕੋਲ, ਕਿਤੇ ਦੂਰ ਜਾਣ ਦੀ ਵੀ ਲੋੜ ਨਹੀਂ, ਤੇ ਖਾਣਾ ਤਾਂ ਇੰਡੀਅਨ ਸਵੀਟ ਮਾਸਟਰ ਵਾਲਿਆਂ ਦਾ ਵਧੀਆ ਹੈ ਹੀ। ਇੰਡੀਅਨ ਸਵੀਟ ਮਾਸਟਰ, ਕਾਲ 9054502800 905 450 2800। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਇਸੇ ਤਰ੍ਹਾਂ ਦੇਸ਼ ਦੁਨੀਆ ਦੇ ਨਾਲ ਜੁੜੀ ਤਾਜ਼ਾ ਤਰੀਨ ਅਪਡੇਟਸ ਦੇ ਲਈ ਦੇਖਦੇ ਰਹੋ TVNRI।